ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹਰਬੰਸ ਸਿੰਘ ਜੀ ਨਾਲ ਨੇ, ਪਰ ਇਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ ਕਰ ਦਈਏ। ਪੰਜਾਬ ਦੇ ਵਿੱਚ ਮੌਸਮ ਠੀਕ ਹੈ। ਰਾਤ ਦੇ ਵੇਲੇ ਅਚਾਨਕ ਜਿਹੜਾ ਮੌਸਮ ਹੋਰ ਕਰਵਟ ਬਦਲ ਗਿਆ ਤੇ ਡੇਂਗੂ ਦੀ ਭਰਮਾਰ। ਜੇ ਪੱਖਾ ਘੱਟ ਤੇ ਚਲਾਉਂਦੇ ਆ ਤਾਂ ਮੱਛਰ ਭੀਂ ਕਰਦਾ ਤੇ ਜੇ ਵੱਧ ਤੇ ਚਲਾਉਂਦੇ ਆ ਤਾਂ ਪਾਲਾ ਲੱਗਦਾ। ਇਸ ਕਰਕੇ ਮੌਸਮ ਦੇ ਵਿੱਚ ਬੜੀ ਵੱਡੀ ਤਬਦੀਲੀ ਜੀ ਆਈ ਹੈ। ਉੱਦਾਂ ਮੀਂਹ ਕਣੀ ਆਉਂਦੇ 48 ਘੰਟੇ ਦੇ ਵਿੱਚ ਕਿਤੇ ਵੀ ਆਉਣ ਦੀ ਆਸ ਨਹੀਂ, ਸੋ ਚੰਗੀ ਗੱਲ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ? ਜ਼ਿੰਦਗੀ ਜ਼ਿੰਦਾਬਾਦ ਆ। ਦੇਖੋ ਇੰਨੀਆਂ ਗੱਲਾਂ ਸੁਣਾਤੀਆਂ ਆਉਂਦੀਆਂ ਨੇ ਜੀ ਤੇ ਬਿਲਕੁਲ ਠੀਕ ਆ। ਤੇ ਚੱਜ ਦੇ ਵਿਚਾਰ ਦੀ ਸਾਂਝ ਵੀ ਪਾ ਦਿਓ। ਤੁਸੀਂ ਪਾਓ ਪਹਿਲਾਂ ਤੁਸੀਂ देखो भी हर बार चुनाव के बाद हम एक नया ख्वाब बुनते हैं। ਹਰ ਵਾਰ ਚੋਣਾਂ ਤੋਂ ਬਾਅਦ ਅਸੀਂ ਇੱਕ ਨਵਾਂ ਸੁਪਨਾ ਵੇਖਦੇ ਹਾਂ। हाँ, जिंदा लाश है हम, एक नया गिद्ध चुनते हैं। ਜ਼ਿੰਦਾ ਲਾਸ਼ ਹਾਂ ਅਸੀਂ, ਇੱਕ ਨਵੀਂ ਇੱਲ ਚੁਣਦੇ ਹਾਂ। ਹਾਂ, ਨਵੀਂ ਗਿਰਜ ਚੁਣਦੇ ਆ। ਹਾਂ। ਇਹਦਾ ਮਤਲਬ ਇਹ ਆ ਵੀ ਜਦੋਂ ਚੋਣਾਂ ਆਉਂਦੀਆਂ ਜਾਂ ਜਦੋਂ ਚੋਣਾਂ ਦੇ ਵਿੱਚ ਅਸੀਂ ਹਿੱਸਾ ਲੈ ਲੈਨੇ ਆ ਤਾਂ ਅਸੀਂ ਇੱਕ ਨਵਾਂ ਸੁਪਨਾ ਸਿਰਜਦੇ ਆ, ਇੱਕ ਨਵੇਂ ਸੁਪਨੇ ਨੂੰ ਲੈਣਾ ਸ਼ੁਰੂ ਕਰਦੇ ਆ। ਇਹ ਗੱਲ ਕਹਿੰਦੇ ਵੀ ਸ਼ਾਇਦ ਐਤਕੀ ਕੁਝ ਚੰਗਾ ਹੋਊਗਾ, ਪਰ ਹੁੰਦਾ ਪਹਿਲਾਂ ਵਾਲਾ ਹੀ ਆ ਜੀ। ਤੇ ਅਸੀਂ ਜ਼ਿੰਦਾ ਲਾਸ਼ ਵਰਗੇ ਲੋਕ ਆ ਤੇ ਅਸੀਂ ਇੱਕ ਗਿਰਜ ਨਵੀਂ ਚੁਣਦੇ ਜਿਹੜੀ ਕਿ ਸਾਡਾ ਮਾਸ ਚੂੰਡਦੀ ਆ, ਜਿਹੜੀ ਸਾਡਾ ਮਾਸ ਖਾਂਦੀ ਆ। ਸੋ ਆਪਾਂ ਇਹ ਗੱਲ ਕਹਿ ਦਿੰਦੇ ਵੀ ਉਹ ਫਲਾਣੇ ਦੀਆਂ ਮੌਜਾਂ ਲੱਗੀਆਂ, ਮੌਜਾਂ ਲਵਾਈਆਂ ਵੀ ਆਪਾਂ ਹੀ ਆ। ਉਹਨਾਂ ਲੋਕਾਂ ਦੇ ਲਈ ਅਸੀਂ ਮਰੀਆਂ ਮੱਝਾਂ ਵਰਗੇ ਆ, ਹੱਡਾਂ ਰੂੜੀ ਦੇ ਵਿੱਚ ਆ ਤੇ ਉਹ ਮਾਸ ਚੂੰਡ ਕੇ ਖਾ ਜਾਂਦੀਆਂ। ਉਹਨਾਂ ਦੀਆਂ ਪੌਂ-ਬਾਰਾਂ ਸਾਡੇ ਪੱਲੇ ਕੁਛ ਨਹੀਂ। ਬਿਲਕੁਲ ਸਹੀ ਗੱਲ ਹੈ, ਔਰ ਹਰ ਵਾਰ ਸਾਡੇ ਨਾਲ ਆਹੀ ਕੁਝ ਹੁੰਦਾ ਹੈ। ਸੋ ਖੈਰ, ਹੁਣ ਮੇਰੇ ਵਾਲੇ ਚਾਹੀਦੇ ਵਿਚਾਰ ਦੀ ਸਾਂਝ ਪਾਈਏ। ਟਾਣਾ ਸਾਹਿਬ, ਜਿਵੇਂ ਆਪਾਂ ਜਾਣਦੇ ਹਾਂ ਮੌਸਮ ਤਬਦੀਲੀ ਵੱਲ ਨੂੰ ਜਾ ਰਿਹਾ। ਹੌਲੀ ਹੌਲੀ ਜਦੋਂ ਕੁਝ ਕੁ ਦਿਨ ਹੋਰ ਬੀਤੇ ਤਾਂ ਧੁੰਦ ਪੈਣੀ ਸ਼ੁਰੂ ਹੋ ਜਾਊਗੀ। ਜਦੋਂ ਨਵੰਬਰ ਦਾ ਅੰਤ ਹੋਇਆ, ਦਸੰਬਰ ਦੀ ਸ਼ੁਰੂਆਤ ਹੋਈ ਹੈ ਨਾ, ਉਦੋਂ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੇ ਉਸ ਧੁੰਦ ਦੇ ਨਾਲ ਜੁੜਿਆ ਹੋਇਆ ਚਾਹੀਦਾ ਵਿਚਾਰ ਹੈ। ਕਹਿੰਦੇ ਕਿ ਇਸ ਧੁੰਦ ਤੋਂ ਵੀ ਜ਼ਰੂਰ ਕੁਛ ਨਾ ਕੁਛ ਸਿੱਖਣਾ ਚਾਹੀਦਾ। ਜੇਕਰ ਦੂਰ ਤੱਕ ਰਸਤਾ ਨਾ ਦਿਖ ਰਿਹਾ ਹੋਏ ਤਾਂ ਇੱਕ ਇੱਕ ਕਦਮ ਚੱਲਦੇ ਜਾਓ, ਰਸਤਾ ਆਪਣੇ ਆਪ ਖੁੱਲਦਾ ਜਾਏਗਾ। ਬਿਲਕੁਲ ਤੁਹਾਡੀ ਗੱਲ ਸਹੀ ਆ। ਜੇ ਆਪਾਂ ਇਹ ਗੱਲ ਕਰੀਏ ਵੀ ਮੂਹਰੇ ਤਾਂ ਕੁਝ ਦਿਸਦਾ ਹੀ ਨਹੀਂ ਤੇ ਇੱਥੇ ਹੀ ਖੜ ਜਗੇ ਤਾਂ ਫਿਰ ਇੱਥੇ ਹੀ ਖੜੇ ਰਹਿ ਜਾਾਂਗੇ। ਜਿਵੇਂ ਜਿਵੇਂ ਹੌਲੀ ਹੌਲੀ ਅੱਗੇ ਜਾਵਾਂਗੇ ਉਵੇਂ ਉਵੇਂ ਧੁੰਦ ਪਾਟਦੀ ਜਾਣੀ ਆ, ਉਵੇਂ ਉਵੇਂ ਹੌਲੀ ਹੌਲੀ ਧੁੰਦ ਦਾ ਗਲਾਫ ਆ ਜਿਹੜਾ ਉਹ ਲੈਂਦਾ ਜਾਣਾ ਤੇ ਫਿਰ ਅਸੀਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਆਪਦੇ ਟਿਕਾਣੇ ਤੱਕ ਪਹੁੰਚ ਜਾਾਂਗੇ ਜੀ। ਤੇ ਰਸਤਾ ਦਿਖਦਾ ਜਾਏਗਾ ਤੇ ਅਸੀਂ ਅੱਗੇ ਵਧਦੇ ਰਹਾਂਗੇ। ਜੇ ਅਸੀਂ ਉਦਾਂ ਨਿਗਾਹ ਮਾਰ ਗਏ ਤਾਂ ਚਾਰੇ ਪਾਸੇ ਧੁੰਦ ਦੀ ਚਿੱਟੀ ਚਾਦਰ ਪਸਰੀ ਹੁੰਦੀ ਆ, ਜਿਹੜੀ ਕਿ ਕੁਝ ਮਹੀਨਿਆਂ ਬਾਅਦ ਪਸਰਨੀ ਵੀ ਆ। ਇਸ ਕਰਕੇ ਹੌਲੀ ਹੌਲੀ ਬੇਸ਼ੱਕ ਸਹੀ ਪਰ ਅੱਗੇ ਤੋਂ ਅੱਗੇ ਵਧਦੇ ਜਾਏਗੀ। ਪਰ ਇੱਕ ਤੁਹਾਨੂੰ ਜਾਣਕਾਰੀ ਚ ਵਾਧਾ ਕਰਾਂ, ਧੁੰਦ ਦਾ ਕਦੇ ਵੀ ਬਹੁਵਚਨ ਨਹੀਂ ਹੁੰਦਾ, ਧੁੰਦਾਂ ਨਹੀਂ ਹੁੰਦਾ। ਕਦੇ ਇਹ ਗੱਲ ਕਹੀ ਵੀ ਫਲਾਣੀ ਸਾਡੇ ਬੜੀਆਂ ਧੁੰਦਾਂ ਪਈਆਂ ਨਹੀਂ, ਮਤਲਬ ਤੁਸੀਂ ਕਹੋ ਵੀ ਧੁੰਦਾਂ ਕਹਿ ਬੈਠੇ ਸੀ। ਧੁੰਦ ਇੱਕ ਵਚਨ ਬਹੁਵਚਨ ਐਂ ਹੁੰਦੀ ਹੈ ਧੁੰਦ ਜੀ। ਮਤਲਬ ਉਹ ਕਹਿੰਦੇ ਹੁੰਦੇ ਆ ਨਾ ਸਿਆਣੇ, ਪਾਣੀ ਦੀਆਂ ਛੱਲਾਂ ਹੋਣ, ਕਹਿੰਦਾ ਪਾਣੀਆਂ ਦੀਆਂ ਛੱਲਾਂ ਹੋਣਾ ਥੋੜੀ ਹੁੰਦਾ। ਪਾਣੀ ਦਾ ਬਹੁਵਚਨ ਨਹੀਂ ਬਣਾਈਦਾ। ਮੈਂ ਮਾਫੀ ਚਾਹੁੰਦੀ ਹਾਂ, ਆਉਣ ਦਿਓ। ਮੈਨੂੰ ਨਹੀਂ ਸੀ ਪਤਾ ਮੈਂ ਕੀ ਕਹਿ ਬੈਠੀ ਆ। ਮਾਫੀ ਚਾਹੁੰਦੀ ਟਾਣਾ ਸਾਹਿਬ। ਕਿਉਂ ਹੋਇਆ? ਗੁੱਸੇ ਹੀ ਹੋ ਗਏ ਤੁਸੀਂ? ਨਹੀਂ, ਗੁੱਸੇ ਨਹੀਂ ਹੋਇਆ। ਮੈਂ ਕਿਹਾ ਵੀ ਹੱਦ ਹੋ ਗਈ, ਧੁੰਦਾਂ ਕਰਤਾ ਇਹਨਾਂ ਨੇ। ਓਹੋ, ਧੁੰਦਾਂ ਮਤਲਬ ਵੀ ਐਵਰੀਡੇ ਧੁੰਦ। ਹਾਂ, ਐਵਰੀਡੇ ਵੀ ਇੱਕ ਹੀ ਧੁੰਦ ਆ, ਇੱਕ ਤਰ੍ਹਾਂ ਦੀ ਆ। ਇਹ ਧੁੰਦਾਂ ਦੀਆਂ ਕਈ ਕਿਸਮਾਂ ਨਹੀਂ ਹੁੰਦੀਆਂ ਵੀ ਹਰ ਰੋਜ਼ ਧੁੰਦ ਪੈਣੀ। ਆਪਾਂ ਕਹਿੰਦੇ ਸੰਘਣੀ ਧੁੰਦ ਜੀ, ਉਹ ਧੁੰਦ ਜਿਹੜੀ ਕਿ ਇੱਕਦਮ ਡਿੱਗੀ। ਇਹ ਧੁੰਦ ਜਿਹੜੀ ਕਿ ਇਸ ਵੇਲੇ ਪਰੇ ਹਟ ਗਈ। ਇਹ ਤਾਂ ਹੋਇਆ ਧੁੰਦਾਂ ਬੜੀਆਂ ਪਈਆਂ। ਧੁੰਦਾਂ ਨੇ ਤਾਂ ਇੰਨਾ ਸੰਘਣਾ ਪੜ ਕਰਤਾ, ਧੁੰਦਾਂ ਨਹੀਂ ਪਾਟਦੀਆਂ। ਮਾਫੀ ਚਾਹੁੰਦੀ ਹਾਂ। ਵੈਸੇ ਨਾ ਇੱਕ ਗੱਲ ਆ ਵੀ ਮਹਿੰਗਾਈ ਦੇ ਕਰਕੇ ਨਾ ਬੰਦਾ ਨਵੇਂ ਫੈਸਲੇ ਲੈਣ ਦੇ ਵੀ ਸਮਰੱਥ ਨਹੀਂਗਾ ਜੀ। ਮੇਰਾ ਇੱਕ ਦੋਸਤ ਆ, ਉਹਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦਾ ਵੀ ਹੁਣ ਜਦੋਂ ਪੈਟਰੋਲ ਤੇ ਡੀਜ਼ਲ ਦਾ ਭਾਅ ਵਧ ਗਿਆ ਤੇ ਮੈਂ ਸੋਚਿਆ ਵੀ ਯਾਰ ਹੁਣ ਨਾ ਜਿਹੜੀ ਬਿਜਲੀ ਨਾਲ ਚੱਲਣ ਵਾਲੀ ਸਕੂਟਰੀ ਲੈ ਲਾ। ਇੱਕ ਵਾਰੀ ਚਾਰਜ ਕੀਤਾ, ਕਹਿੰਦੇ ਵੀ 60 70 80 ਕਿਲੋਮੀਟਰ ਚੱਲ ਜਾਂਦੀ ਆ। ਕਹਿੰਦਾ ਆਪਣਾ ਗੁਜ਼ਾਰਾ ਵਧੀਆ ਹੋ ਜਾਣਾ। ਪਰ ਕਹਿੰਦਾ ਹੁਣ ਨਵਾਂ ਸਿਆਪਾ ਪੈ ਗਿਆ। ਮੈਂ ਕਿਹਾ ਕੀ? ਕਹਿੰਦਾ ਕੋਲਾ ਹੈ ਨਹੀਂਗਾ ਪਲਾਂਟਾਂ 'ਚ ਹੁਣ ਚਾਰਜ ਕਾਹਦੇ ਨਾਲ ਕਰਨੀ, ਬਿਜਲੀ ਨਹੀਂ ਆਉਂਦੀ। ਹਾਂ ਬਿਲਕੁਲ ਟਾਣਾ ਸਾਹਿਬ, ਬਿਜਲੀ ਵਾਲਿਆਂ ਨੇ ਤਾਂ ਹੱਦ ਹੀ ਕਰ ਦਿੱਤੀ। ਬਿਜਲੀ ਮਹਿਕਮੇ ਨੇ ਹੱਦ ਕਰ ਦਿੱਤੀ, ਸਾਡੀਆਂ ਸਰਕਾਰਾਂ ਨੇ ਹੱਦ ਕਰ ਦਿੱਤੀ। ਕਿਉਂਕਿ ਦੇਖੋ 6-6 7-7 ਘੰਟੇ ਬੱਤੀ ਨਹੀਂ ਆਉਂਦੀ। ਹੁਣ ਤਾਂ ਇਹ ਪੁੱਛਣਾ ਪੈਂਦਾ ਵੀ ਤੁਹਾਡੇ ਵੱਲ ਕਿੰਨੇ ਘੰਟੇ ਆਉਂਦੀ ਹੈ, ਕਿਉਂਕਿ ਪਤਾ ਹੀ ਨਹੀਂ ਕਦੋਂ ਬੰਦ ਹੋ ਜਾਵੇ ਤੇ ਕਦੋਂ ਮੁੜ ਕੇ ਆਵੇ। ਇਹਦੇ ਬਾਰੇ ਚ ਕੁਝ ਨਹੀਂ ਪਤਾ। ਬਸ ਇਹੀ ਅਖਬਾਰਾਂ ਦੇ ਵਿੱਚ ਲਿਖਿਆ ਹੋਇਆ ਪੜ੍ਹਦੇ ਆ ਕਿ ਕੋਲਾ ਮੁੱਕ ਗਿਆ, 1 ਦਿਨ ਦਾ ਰਹਿ ਗਿਆ, 2 ਦਿਨ ਦਾ ਰਹਿ ਗਿਆ, ਕੋਲਾ ਹੈ ਨਹੀਂ, ਕੋਲਾ ਹੈ ਨਹੀਂ, ਆਹੀ ਕਰੀ ਜਾਂਦੇ। ਅਸੀਂ ਲੋਕ ਤਾਂ ਬਿਜਲੀ ਦਾ ਬਿੱਲ ਤਾਰ ਰਹੇ ਆ, ਕਸੂਰ ਕੀ ਆ ਸਾਡਾ? ਬਿਲਕੁਲ ਸਹੀ ਗੱਲ ਹੈ ਤੁਹਾਡੀ। ਪਰ ਨਾ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਆਰਥਿਕ ਮੰਦਹਾਲੀ ਆ ਉਹ ਵੀ ਸਭ ਦੇ ਸਾਹਮਣੇ ਆ। ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਪੁੱਤ ਦਾ ਵਿਆਹ ਹੋਇਆ ਪਿਛਲੇ ਦਿਨੀ, ਉੱਥੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਸ਼ਗਨ ਦੇਣ ਦੀ ਗੱਲ ਕੀਤੀ ਆ। ਉਹ ਕਹਿੰਦੇ ਵੀ ਸ਼ਗਨ ਮੇਰੇ ਵੱਲੋਂ ਪੱਕਾ, ਪਰ 3 ਕਿਸ਼ਤਾਂ 'ਚ ਦੇਊਂਗਾ।
ਪਹਿਲੀ ਕਿਸ਼ਤ ਆ ਜਿਹੜੀ ਉਹ ਜਨਵਰੀ 2022 ਦੇ ਵਿੱਚ ਆ। ਉਸ ਤੋਂ ਬਾਅਦ 6 ਮਹੀਨੇ ਬਾਅਦ ਕਿਸ਼ਤ ਉਵੇਂ ਦੇਵਾਂਗੇ ਜਿਵੇਂ ਅਸੀਂ ਮੁਲਾਜ਼ਮਾਂ ਨੂੰ ਦਿੰਦੇ ਹੁੰਦੇ ਆ, ਕਿਉਂਕਿ ਖਜ਼ਾਨਾ ਖਾਲੀ ਹੈ। ਹਰਮਨ ਜੀ, ਕੱਲ ਮੈਨੂੰ ਨਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਫੋਨ ਆ ਗਿਆ, ਤੁਹਾਨੂੰ ਆਥਣ ਦਾ ਵੇਲਾ, ਫੋਨ ਦੀ ਟੱਲੀ ਖੜਕੀ, ਮੈਂ ਚੱਕ ਲਿਆ ਫੋਨ। अच्छा मैं कहा हेलो, कहने जी नमस्कार, मैं अरविंद केजरीवाल बोल रहा हूँ। मैं कहा हो ठीक ठाक हो? कहने बिल्कुल। उन्होंने पूरी इदां गलबात बनाई हुई है, ਅੱਛਾ ਬੰਦੇ ਨੂੰ ਇਉਂ ਲੱਗਦਾ ਵੀ ਮੈਂ ਵਿਚਾਲੇ ਜੋ ਬੋਲਿਆ ਉਹਦਾ ਹੀ ਉੱਤਰ ਦਿੱਤਾ ਜਾ ਰਿਹਾ। ਵੀ ਮਤਲਬ ਸੱਚੀ ਚੋਂ ਗੱਲ ਕਰ ਰਹੇ ਨੇ ਜਿਵੇਂ, ਪਰ ਹੈ ਉਹ ਅਸਲ ਚ ਰਿਕਾਰਡਿੰਗ। ਮੈਨੂੰ ਬਾਅਦ ਚ ਪਤਾ ਲੱਗਾ ਰਿਕਾਰਡਿੰਗ, ਮੈਂ ਤਾਂ ਸਮਝ ਲਿਆ ਸੱਚੀ ਮੁੱਚੀ ਫੋਨ ਆ ਗਿਆ। मैं कहा भी आले दुआले को तो नंबर ले लिया होना। कहने मुझे आपके सिर्फ 2 मिनट चाहिए। मैं कहा जी मिनट एक ही मिलूगा, मेरा खबरों का टाइम होया पिया। अच्छा जी। फिर उन्होंने आपकी गल शुरू कर ली। कहने पंजाब में जो भी कुछ हो रहा है बहुत जल्द बदलने वाला है, पंजाब में बस आप हमारा साथ दीजिए, पंजाब के लोगों को प्रेरित करिए। ਤੇ ਵਿਚਾਲੇ ਉਹਨਾਂ ਨੇ ਥੋੜਾ ਜਿਹਾ ਪੌਜ਼ ਲਿਆ ਤੇ ਮੈਂ ਨਾਲ ਦੀ ਨਾਲ ਹੀ ਕਹਿਤਾ, ਮੈਂ ਕਿਹਾ 17 ਦੇ ਵਿੱਚ ਵੀ ਲੋਕਾਂ ਨੇ ਬੜਾ ਸਾਥ ਦਿੱਤਾ, ਤੁਹਾਡੇ ਕੋਲੇ ਮੁੱਖ ਮੰਤਰੀ ਚਿਹਰਾ ਹੀ ਹੈ ਨਹੀਂ, ਅਸੀਂ ਕੀ ਕਰਗੇ? ਪੰਜਾਬ ਦੇ ਲੋਕ ਕਹਿੰਦੇ ਵੀ ਅਸੀਂ ਕਿਹੜੇ ਖੱਲੀ ਖੂੰਜੀ ਲੱਗੀਏ, ਕਿਹਨੂੰ ਅਸੀਂ ਕਹਗੇ ਵੀ ਭਾਈ ਇਹਦੇ ਚਿਹਰੇ ਤੇ ਵੋਟਾਂ ਲੈਣੀਆਂ। उन्होंने फिर बोलना शुरू करता, कहने जी बस बेफिक्र रहिए, पंजाब में जो अत्याचार हुए हैं वो हम बहुत जल्द ठीक कर देंगे। मैं कहा ठीक है, मेरा खबरों का टाइम हो गया। तो उधर उन्होंने भी कहता नमस्कार, धन्यवाद आपका समय देने के लिए। और मैं कहा रिकॉर्डेड सी। ओए होए होए होए, कमाल ही हो गई। ये तो पूरी गलबात मेरे नाल करके ते बाद च पता लगा भी तो रिकॉर्ड कीता सी। ਟਾਣਾ ਸਾਹਿਬ ਤੁਸੀਂ ਵੀ ਭੋਲੇ ਹੀ ਹੋ ਸੱਚੀ, ਵੀ ਤੁਹਾਨੂੰ ਅਰਵਿੰਦ ਕੇਜਰੀਵਾਲ ਕਿਉਂ ਫੋਨ ਕਰਨਗੇ? ਉਹ ਤਾਂ ਆਪਣੀ ਪਾਰਟੀ ਦੇ ਬੰਦਿਆਂ ਨੂੰ ਨਹੀਂ ਕਰ ਰਿਹਾ ਅੱਜ। ਮੈਂ ਕਿਹਾ ਕੀ ਪਤਾ ਵੀ ਜਦੋਂ ਹੁਣ ਚੋਣਾਂ ਤੋਂ ਪਹਿਲਾਂ ਨਾ ਇਹ ਸਰਵੇਖਣ ਕਰਦੇ ਹੁੰਦੇ ਆ ਵੀ ਭਾਈ ਆਪਾਂ ਪੁੱਛੀਏ ਸਹੀ ਵੀ ਫਲਾਣੇ ਬੰਦੇ ਦੀ ਰਾਏ ਕੀ ਆ ਜੀ। ਵੋਟਰ ਵੀ ਤਾਂ ਹੈਗੇ ਨਾ, ਅਸੀਂ ਪੱਤਰਕਾਰ ਤਾਂ ਚਲੋ ਬਾਅਦ ਦੇ ਵਿੱਚ ਆ, ਉਸ ਤੋਂ ਪਹਿਲਾਂ ਤਾਂ ਸੂਬੇ ਦੇ ਵੋਟਰ ਆ, ਦੇਸ਼ ਦੇ ਵੋਟਰ ਆ। ਸਭ ਤੋਂ ਪਹਿਲੀ ਚੀਜ਼ ਹੀ ਜੇਕਰ ਕਿਤੇ ਅਸਲ 'ਚ ਫੋਨ ਹੁੰਦਾ ਹੈ ਤੇ ਤੁਸੀਂ ਸਭ ਤੋਂ ਪਹਿਲੀ ਚੀਜ਼ ਇਹ ਕਹਿਣੀ ਸੀ, ਚਾਹੀਦਾ ਵਿਚਾਰ में आओ, बैठ के बात करेंगे। ਆ ਗੱਲ ਮੈਂ ਭੁੱਲ ਗਿਆ। ਜਦੋਂ ਮੈਨੂੰ ਕਿਹਾ ਵੀ ਮੈਨੂੰ ਸਿਰਫ 2 ਮਿੰਟ ਹੀ ਆਪਕਾ ਸਮੇਂ ਚਾਹੀਏ, ਤੇ ਮੈਂ ਕਿਹਾ ਵੀ 2 ਮਿੰਟ ਦੇ ਵਿੱਚੋਂ ਪੌਣੇ 2 ਤਾਂ ਉਹ ਲੈ ਗਏ। ਤੇ ਮੇਰੇ ਕੋਲੇ ਤਾਂ ਬਸ ਥੋੜੇ ਜਿਹੇ ਸਕਿੰਟ ਹੀ ਸੀਗੇ ਤੇ ਮੈਂ ਜਿੰਨਾ ਕੁਝ ਕਹਿ ਸਕਿਆ ਕਹਿਤਾ। ਓ ਵੈਰੀ ਗੁੱਡ ਵੈਰੀ ਗੁੱਡ। ਤੇ ਕੀ ਪਤਾ ਮੇਰੇ ਵਾਲਾ ਵੀ ਉਧਰ ਰਿਕਾਰਡ ਹੋਇਆ ਹੋਵੇ, ਐਦਾਂ ਨਹੀਂ ਹੁੰਦਾ, ਲੋਕੀ ਬਹੁਤ ਕੁਝ ਕਹਿੰਦੇ ਨੇ। ਅੱਛਾ, ਜੇ ਉਹ ਸਾਰਾ ਕੁਝ ਹੀ ਸੁਣਨ ਲੱਗ ਜਾਣ ਤੇ ਬਸ ਫਿਰ। ਪਰ ਅੱਜ ਕੱਲ ਪੰਜਾਬ ਦੇ ਵਿੱਚ ਆਏ ਹੋਏ ਆ, ਕੀ ਪਤਾ ਉਹ ਸਮਝ ਲੈਣ ਵੀ ਭਾਈ ਸਾਡੇ ਬਾਰੇ ਕੀ ਸੋਚਦੇ ਆ। ਜਿਹੜਾ ਹੁਣ ਤੱਕ ਨਹੀਂ ਸਮਝ ਆਇਆ, ਆ ਵੋਟਾਂ ਸਿਰ ਦੇ ਉੱਤੇ ਨੇ, ਕੁਝ ਦਿਨ ਹੀ ਹੁਣ ਮੈਂ ਕਹੂੰਗੀ ਵੀ ਬਾਕੀ ਰਹਿ ਗਏ ਕਿਉਂਕਿ ਚੋਣ ਜ਼ਾਬਤਾ ਵੀ ਲੱਗ ਜਾਣਾ ਹੈ। ਤੇ ਜਿਨ੍ਹਾਂ ਨੂੰ ਹੁਣ ਤੱਕ ਨਹੀਂ ਸਮਝ ਆਇਆ ਤਾਂ ਉਹ ਮਤਲਬ ਤੁਹਾਨੂੰ ਲੱਗਦਾ ਵੀ ਸਮਝ ਜਾਣਗੇ? ਪਰ ਬਈ ਆ ਜਾਣਾ ਚਾਹੀਦਾ, ਇਹਦੇ ਨਾਲ ਪੰਜਾਬ ਦਾ ਵੀ ਭਲਾ ਹੋਊਗਾ ਤੇ ਇਹਨਾਂ ਦਾ ਆਪਦਾ ਉਸ ਤੋਂ ਵੀ ਪਹਿਲਾਂ ਭਲਾ ਹੋ ਜਾਊਗਾ। ਅਸੀਂ ਇਹ ਨਹੀਂ ਕਹਿੰਦੇ ਵੀ ਫਲਾਣੀ ਪਾਰਟੀ ਨੂੰ ਵੋਟਾਂ ਪਾਓ, ਫਲਾਣੀ ਨੂੰ ਬਿਲਕੁਲ ਨਾ ਪਾਓ, ਪਰ ਗੱਲ ਇਹ ਆ ਵੀ ਪੰਜਾਬ ਦੇ ਲੋਕਾਂ ਨੂੰ ਸੁਪਨੇ ਬੜੇ ਦਿਖਾਏ, ਪੰਜਾਬ ਦੇ ਲੋਕਾਂ ਦੇ ਲਈ ਸੋਨ ਸਵੇਰੇ ਜਿਹੜੇ ਉਹ ਚੜਨਗੇ, ਇਹਦੀ ਗੱਲਬਾਤ ਕੀਤੀ ਗਈ। ਪਰ ਪੰਜਾਬ ਦੇ ਲੋਕਾਂ ਦੇ ਮਨ ਦੇ ਉੱਤੇ ਵਧਾਣੀ ਸੱਟ ਮਾਰੀ ਆ ਜੀ। ਇਹ ਗੱਲ ਮੰਨੋ ਜਾਂ ਨਾ ਮੰਨੋ, ਹਿਰਦੇ ਵਲੂੰਦਰੇ ਗਏ ਨੇ। ਬਿਲਕੁਲ ਜੀ, ਵਲੂੰਦਰੇ ਜਾਣੀ ਸੀ ਕਿਉਂਕਿ ਜਦੋਂ ਆਉਂਦੇ ਹੀ ਨਹੀਂ, ਆ ਹੁਣ ਆਏ ਆ ਜਿਵੇਂ ਮੇਲਾ ਵੇਖਣ ਆਏ ਹੁੰਦੇ ਆ, 2 ਦਿਨ ਲਾ ਕੇ ਫਿਰ ਚਲੇ ਜਾਣਗੇ। ਇਹ ਤਾਂ ਨਾ ਇਦਾਂ ਆਉਂਦੇ ਜਿਵੇਂ ਨਾਨਕਿਆਂ ਦੇ ਆਏ ਹੁੰਦੇ ਆ, ਵੀ 2 ਦਿਨ ਰਹਿ ਕੇ, ਜਿੰਨੀ ਦਿਨ ਸਕੂਲ ਛੁੱਟੀਆਂ ਸੀ ਉਨੇ ਦਿਨ ਰਹਿ ਕੇ ਫੇਰ ਵਾਪਸ, ਫੇਰ ਆ ਜਾਂਦੇ, ਫੇਰ ਵਾਪਸ, ਕੋਈ ਗੱਲ ਤਾਂ ਕਰਦੇ ਨਹੀਂ। ਵਾਰ-ਵਾਰ ਇੱਕੋ ਹੀ ਗੱਲ ਕਹੀ ਜਾਂਦੇ, ਦਿੱਲੀ का मॉडल यहाँ लागू करेंगे, दिल्ली का मॉडल यहाँ लागू करेंगे, फिर दिल्ली का मॉडल यहाँ लागू करेंगे। ओ भाई ਇੱਥੇ ਸਰਗਰਮ ਵੀ ਤਾਂ ਕਰੋ ਆਪਦੇ ਬੰਦੇ, ਮਾੜਾ ਮੋਟਾ ਸਨਮਾਨਯੋਗ ਮੁਕਾਬਲਾ ਵੀ ਤਾਂ ਹੋਵੇ। ਹਾਲ ਦੀ ਘੜੀ ਤਾਂ ਆਪਾਂ ਮੁਕਾਬਲੇ ਵਾਲੇ ਨਹੀਂ ਜਾਪਦੇ। ਜੇ ਆਪਾਂ ਇਹ ਗੱਲ ਸੋਚੀ ਬੈਠੇ ਆ ਵੀ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕ ਸਾਡੇ ਵਾਲਾ ਬਟਨ ਨੱਪ ਜਾਣਗੇ, ਟੀਂ ਕਰਾ ਜਾਣਗੇ ਉੱਥੇ ਝਾੜੂ ਵਾਲੇ ਬਟਨ ਦੇ ਉੱਤੇ, ਤਾਂ ਇਦਾਂ ਤਾਂ 17 ਦੇ ਵਿੱਚ ਵੀ ਸੀ। ਸੋ ਬੇਨਤੀ ਮੈਂ ਕੱਲ ਵੀ ਕੀਤੀ ਸੀ, ਅੱਜ ਵੀ ਕਰਦਾ ਵੀ ਸਰਵੇਖਣ ਵੇਖ ਕੇ ਨਾ ਖੁਸ਼ ਹੋ ਜਾਇਆ ਕਰੋ। अच्छा 55 सीट्स आ रही हैं हमें, फिर 4 की जरूरत है, 3 की जरूरत है, बस ऐदा सोची जाने माड़ा मोटा ਆਪਾਂ ਹਿਲਜੁਲ ਕਰੀਏ। ਪੰਜਾਬ ਦੇ ਬਹੁਤ ਸਾਰੇ ਮੁੱਦੇ ਆ, ਪੰਜਾਬ ਦੇ ਇੰਨੇ ਵੱਡੇ ਮੁੱਦੇ ਆ ਵੀ ਤੁਹਾਨੂੰ ਪਤਾ ਵੀ ਨਹੀਂਗਾ ਹਲੇ, ਕਿਉਂਕਿ ਜਿਹੜੇ ਤੁਹਾਡੇ ਅੱਗੇ ਪਿੱਛੇ ਫਿਰਦੇ ਆ ਉਹਨਾਂ ਦੇ ਵਿੱਚੋਂ ਕਈ ਤਾਂ ਤੁਹਾਡੇ ਕੰਨ ਦੇ ਵਿੱਚ ਉਹੀ ਗੱਲਾਂ ਪਾਉਂਦੇ ਜਿਹੜੀਆਂ ਤੁਹਾਨੂੰ ਪਸੰਦ ਆ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕ, ਕਈ ਸੀਨੀਅਰ ਨੇਤਾ ਇਹ ਗੱਲ ਕਹਿੰਦੇ ਆ ਵੀ ਕੇਜਰੀਵਾਲ ਦੇ ਕੰਨਾਂ ਤੱਕ ਗੱਲਾਂ ਗਲਤ ਪਹੁੰਚਦੀਆਂ, ਜਾਣਕਾਰੀਆਂ ਗਲਤ ਪਹੁੰਚਦੀਆਂ। ਮੈਂ ਕਿਹਾ ਵੀ ਕੱਲੀ ਉੱਥੇ ਹੀ ਗੱਲ ਥੋੜੀ, ਹਰ ਪਾਸੇ ਆਏ ਆ। ਟਾਣਾ ਸਾਹਿਬ ਜੀ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਅੱਛਾ ਜੀ, ਮਸਲੇ ਹੱਲ ਕਰ ਦਿੰਦਾ? ਉਹ ਮੈਂ ਨਹੀਂ ਕਹਿ ਰਹੀ, ਜਿਹੜਾ ਵੀ ਮਸਲਾ ਕਰਾਉਣਾ ਹੋਵੇ ਹੱਲ ਹੋ ਜਾਂਦਾ, ਉਹ ਕਹਿੰਦੇ ਨੇ। ਅੱਛਾ, ਮੇਰੀ ਨਾ ਟੈਂਕੀ ਖਾਲੀ ਆ, ਪੈਟਰੋਲ ਪਵਾ ਦਿਓ ਮੋਟਰਸਾਈਕਲ 'ਚ। ਲੈ ਮੈਂ ਕਿਹਾ ਪਾਣੀ ਵਾਲੀ ਟੈਂਕੀ, ਮੈਨੂੰ ਲੱਗਿਆ ਪਾਣੀ ਵਾਲੀ ਟੈਂਕੀ ਦੀ ਗੱਲ ਕਰ ਰਹੇ ਹੋ। ਨਹੀਂ, ਪਾਣੀ ਦੇ ਅਸੀਂ ਥੋੜੇ ਜਿਹੇ ਕੰਜੂਸੀ ਦੇ ਨਾਲ ਵਰਤ ਲਾਂਗੇ, ਪਰ ਜਿੰਨਾ ਕੁ ਤੇਲ ਚਾਹੀਦਾ ਉਹਨਾਂ ਕੁ ਤਾਂ ਲੱਗਣਾ ਹੀ ਲੱਗਣਾ। ਪਰ ਇਹ
ਗੱਲ ਮੈਂ ਨਹੀਂ ਪ੍ਰਚਾਰ ਰਹੀ, ਮੈਂ ਨਹੀਂ ਕਹਿ ਰਹੀ, ਇਹ ਵੱਡੇ ਵੱਡੇ ਬੋਰਡ ਲੱਗੇ ਨੇ, ਹੋਰਡਿੰਗਸ ਲੱਗੇ ਨੇ ਜਿੱਤੇ ਚੰਨੀ ਹੋਰਾਂ ਦੀ ਫੋਟੋ ਹੈ, ਉਹਦੇ ਥੱਲੇ ਲਿਖੀਆਂ ਹੋਈਆਂ ਨੇ ਲਾਈਨਾਂ। ਮੈਂ ਨਾ ਇੱਕ ਗੱਲ ਦੇ ਉੱਤੇ ਹੈਰਾਨ ਆ ਵੀ ਚੰਨੀ ਸਾਹਿਬ ਪਿਛਲੇ 15 ਦਿਨਾਂ ਦੇ ਵਿੱਚ ਜਿਵੇਂ ਜਿਹਨੂੰ ਮਿਲੇ ਆ ਉਹਨਾਂ ਸਾਰੀਆਂ ਫੋਟੋਆਂ ਦੇ ਵੱਡੇ ਵੱਡੇ ਬੋਰਡ ਬਣ ਗਏ ਆ। ਹਾਂਜੀ, ਤੁਸੀਂ ਦੇਖਿਆ ਹੋਣਾ, ਸਾਰਿਆਂ ਨੇ ਵੀਡੀਓ ਦੇਖੀ ਆ ਵੀ ਮੁੰਡਾ ਕੁੜੀ ਵਿਆਹਣ ਜੋੜਾ ਤੁਰਿਆ ਆਉਂਦਾ ਤੇ ਉਹ ਮੁੰਡੇ ਨੂੰ ਜੱਫੀ ਪਾਉਂਦੇ ਆ ਤੇ ਕੁੜੀ ਨੂੰ ਕਹਿੰਦੇ ਭੈਣਿਆ ਸ਼ਗਨ ਲੈ ਲੈ, ਤੇ ਬਾਅਦ ਦੇ ਵਿੱਚ ਪ੍ਰਾਂਤ ਚੋਂ ਲੱਡੂ ਚੱਕ ਕੇ ਖਾਂਦੇ ਆ। ਉਹ ਜਿਹੜਾ ਮੁੰਡੇ ਨੂੰ ਜੱਫੀ ਪਾਈ ਆ ਨਾ, ਉਹਦੇ ਵੀ ਵੱਡੇ ਵੱਡੇ ਬੋਰਡ ਲੱਗੇ ਪਏ ਆ। ਮੈਂ ਦੇਖਿਆ, ਉੱਥੇ ਲਿਖਿਆ ਹੋਇਆ ਸਭ ਨੂੰ ਬਰਾਬਰ ਦਾ ਸਤਿਕਾਰ, ਚੰਨੀ ਕਰਦਾ ਮਸਲੇ ਹੱਲ। ਠੀਕ ਆ, ਉਹ ਜਿੱਥੇ ਬਾਟੀ 'ਚ ਬੈਠ ਕੇ ਚਾਹ ਪੀਂਦੇ ਆ ਤੇ ਉਹ ਵੀ ਇੱਕ ਵੱਡਾ ਬੋਰਡ ਲੱਗਾ ਪਿਆ। ਮੈਂ ਮਨ ਦੇ ਵਿੱਚ ਸੋਚਿਆ, ਮੈਂ ਕਿਹਾ ਜੀ ਆਪਾਂ ਤਾਂ ਗਰੀਬਾਂ ਦੇ ਬੰਦੇ ਆ, ਆਪਾਂ ਤਾਂ ਸਾਦਗੀ ਦੀ ਗੱਲ ਕਰਨੀ ਆ, ਤੇ ਇਹ ਬੋਰਡ ਲਾਉਣ ਦੀ ਕੀ ਲੋੜ ਆ? ਦਿਲਾਂ ਦੇ ਉੱਤੇ ਲਿਖਿਆ ਜਾਵੇ, ਬੋਰਡਾਂ ਤੇ ਕਾਹਤੋਂ ਲਿਖਣਾ? ਨਾਲੇ ਮੈਨੂੰ ਇਹ ਨਹੀਂ ਸਮਝ ਆਉਂਦੀ ਟਾਣਾ ਸਾਹਿਬ, ਬੋਰਡਾਂ ਦੇ ਉੱਪਰ ਲਿਖਣ ਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਫਰਕ ਪੈਂਦਾ ਹੋਊਗਾ। ਜੇ ਪੈਂਦਾ ਹੁੰਦਾ ਤਾਂ ਕੈਪਟਨ ਨੂੰ ਲਾਉਣਾ ਕਾਹਤੋਂ ਪੈਂਦਾ? ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਹ, ਸੋਸ਼ਲ ਮੀਡੀਆ ਤੇ ਲੋਕਾਂ ਨੂੰ, ਮਤਲਬ ਤੁਸੀਂ ਵੇਖੋ ਵੀ ਅਖਬਾਰਾਂ ਵਾਲਿਆਂ ਨੂੰ ਬਾਅਦ ਚ ਪਤਾ ਲੱਗਦਾ, ਮੀਡੀਆ ਦੇ ਲੋਕਾਂ ਨੂੰ ਬਾਅਦ ਚ ਪਤਾ ਲੱਗਦੀ ਹੈ ਕੋਈ ਵੀ ਖਬਰ, ਪਰ ਸੋਸ਼ਲ ਮੀਡੀਆ ਤੇ ਕਈ ਵਾਰ ਉਹ ਖਬਰ ਪਹਿਲਾਂ ਫੈਲ ਜਾਂਦੀ ਹੈ ਨਾ। ਸੋ ਲੋਕ ਸਭ ਚੰਗੀ ਤਰ੍ਹਾਂ ਜਾਣਦੇ ਕੌਣ ਕੀ ਕੰਮ ਕਰ ਰਿਹਾ ਹੈ, ਕਿਹਨੇ ਕਿਹੜਾ ਕੰਮ ਕਰ ਦਿੱਤਾ ਤੇ ਕਿਹੜਾ ਨਹੀਂ ਕੀਤਾ। ਸੋ ਮੈਨੂੰ ਲੱਗਦਾ ਕਿ ਇਹ ਤਾਂ ਸਿਰਫ ਪੈਸੇ ਦੀ ਬਰਬਾਦੀ ਆ ਕਿ ਪਹਿਲਾਂ ਕਿਸੇ ਦੇ ਬੋਰਡ ਲੱਗੇ ਸੀ, ਕਦੀ ਐ ਕਰਕੇ ਕਦੀ ਐ ਕਰਕੇ, ਤੇ ਹੁਣ ਕਿਸੇ ਦੇ ਬੋਰਡ ਲਾਈ ਜਾਂਦੇ। ਬੋਰਡਾਂ ਨਾਲ ਕੁਝ ਨਹੀਂ ਹੁੰਦਾ। ਇਹ ਨਾ ਬੋਰਡਾਂ ਤੇ ਆਪਦੀ ਫੋਟੋ ਆਪੇ ਦੇਖ ਕੇ ਬੜੇ ਲੋਕ ਖੁਸ਼ ਹੁੰਦੇ ਆ। ਤੁਸੀਂ ਜਲੰਧਰ ਦੇ ਕਿਸੇ ਵੀ ਚੌਂਕ 'ਚ ਚਲੇ ਜਾਓ, ਪੰਜਾਬ ਦੇ ਕਿਸੇ ਵੀ ਚੌਂਕ ਚੌਰਾਹੇ 'ਚ ਚਲੇ ਜਾਓ, ਵੱਡੇ ਵੱਡੇ ਆਦਮਕਦ ਬੋਰਡ ਲੱਗੇ ਹੁੰਦੇ ਆ। ਕੋਈ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਨ ਦੀਆਂ ਵਧਾਈਆਂ ਵਾਲਾ, ਕੋਈ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਨ ਦੀਆਂ ਵਧਾਈਆਂ ਵਾਲਾ, ਕੋਈ ਕਿਸੇ ਹੋਰ ਮਸਲੇ ਦਾ। ਉਹਦੇ ਉੱਤੇ ਐੜੀਆਂ ਕਰਕੇ ਪਤਾ ਹੀ ਨਹੀਂ ਕਿੰਨੀਆਂ ਫੋਟੋਆਂ ਲੱਗੀਆਂ ਹੁੰਦੀਆਂ, ਤੇ ਜਿਹਨੇ ਸਭ ਤੋਂ ਵੱਧ ਪੈਸੇ ਲਾਏ ਹੁੰਦੇ ਉਹ ਐਂ ਜੇ ਖੜਾ ਹੁੰਦਾ ਵੀ ਮੇਰੇ ਸਭ ਤੋਂ ਵੱਧ ਆ। ਜੀ ਬਿਲਕੁਲ ਸਹੀ। ਆਪਦੀ ਫੋਟੋ ਵੇਖ ਕੇ ਆਪੇ ਖੁਸ਼ ਹੋ ਜਾਣਗੇ, ਮੇਰੇ ਐਨਕ ਕਿੰਨੀ ਜੱਚਦੀ ਆ, ਆਹ ਦੇਖੋ ਗੱਲ ਬਣ ਗਈ, ਹੁਣ ਤਾਂ ਟਿਕਟ ਪੱਕੀ ਆ। ਪਰ ਐਦਾਂ ਨਹੀਂ ਗੱਲ ਬਣਦੀ। ਤੁਸੀਂ ਇੰਨੀਆਂ ਮਕਬੂਲ ਫਿਲਮਾਂ ਵੇਖਦੇ ਆ, ਉਹਦੇ ਵਿਚਲੇ ਦ੍ਰਿਸ਼ ਚੇਤੇ ਰਹਿੰਦੇ ਵੀ 3 ਘੰਟੇ ਦੀ ਫਿਲਮ ਦੇ ਵਿੱਚ ਅਸੀਂ ਕੀ ਦੇਖਿਆ, ਤੇ ਜੇ ਉਹ ਨਹੀਂ ਰਹਿੰਦੇ ਤੇ ਫਿਰ ਆਪਾਂ ਕਿਹੜੇ ਬਾਗ ਦੀ ਮੂਲੀ ਆ? ਬਿਲਕੁਲ ਸਹੀ। ਬੰਦਾ ਸ਼ੂ ਕਰਕੇ ਕੋਲ ਦੀ ਨਿਕਲਦਾ ਮੋਟਰਸਾਈਕਲ ਤੇ, ਕਹਿੰਦਾ ਲੈ ਫੁਕਰੇ ਜਿਹੇ ਨੇ ਕਿਵੇਂ ਐਨਕ ਲਾਈ ਆ। ਇਦਾਂ ਦੀਆਂ ਗੱਲਾਂ। ਪਰ ਗੱਲ ਇਹ ਹੈ ਕਿ ਕਿਸਾਨ ਬਹੁਤ ਪਰੇਸ਼ਾਨ ਨੇ ਟਾਣਾ ਸਾਹਿਬ। ਵੈਸੇ ਤਾਂ ਕਿਸਾਨ ਅੱਜ ਤੇ ਵਿਚਾਰਾ ਪਰੇਸ਼ਾਨ ਹੀ ਹੁੰਦਾ ਆਇਆ ਕਿਉਂਕਿ ਕਿਸੇ ਨੇ ਵੀ ਮਸਲੇ ਦਾ ਹੱਲ ਨਹੀਂ ਕੀਤਾ। ਆਪਾਂ ਜਾਣਦੇ ਹਾਂ ਕਿ ਨਰਮੇ ਦਾ ਕੀ ਹਾਲ ਹੋਇਆ ਹੈ ਨਾ, ਮਾਲਵੇ ਦੇ ਵਿੱਚ ਨਰਮਾ ਕਿਵੇਂ ਪ੍ਰਭਾਵਿਤ ਹੋਇਆ ਆਪਾਂ ਨੂੰ ਪਤਾ ਹੈ, ਪਰ ਉਹਨਾਂ ਨੂੰ ਮੁਆਵਜ਼ਾ ਤਾਂ ਕਿਸਾਨਾਂ ਨੂੰ ਕੀ ਮਿਲਣਾ ਸੀ? ਬੋਰਡ ਪਹਿਲਾਂ ਹੀ ਉਹਨਾਂ ਦੇ ਖੇਤਾਂ 'ਚ ਲਾ ਗਏ ਨੇ। ਬੋਰਡ ਵੱਡੇ ਵੱਡੇ ਲੱਗੇ ਆ ਵੱਖ-ਵੱਖ ਥਾਵਾਂ ਦੇ ਉੱਤੇ, ਆਦਮਕਦ ਬੋਰਡ, ਉਹਨਾਂ ਦੇ ਉੱਤੇ ਲਿਖਿਆ ਹੋਇਆ ਬਰਬਾਦ ਹੋਏ ਨਰਮੇ ਦਾ ਮੁਆਵਜ਼ਾ ਦਿੱਤਾ, ਥੱਲੇ ਫੇਰ ਲਿਖਿਆ ਚੰਨੀ ਕਰਦਾ ਮਸਲੇ ਹੱਲ। ਸੋ ਕਿਸਾਨ ਇਹ ਗੱਲ ਕਹਿੰਦੇ ਵੀ ਸਾਡੀਆਂ ਤਾਂ ਇੱਥੇ ਆ ਕੇ ਗਰਦੌਰੀਆਂ ਨਹੀਂ ਕਿਸੇ ਨੇ ਕੀਤੀਆਂ ਹਾਲੇ। ਜਿੰਨੀ ਦੇਰ ਤੱਕ ਗਰਦੌਰੀਆਂ ਮੁਕੰਮਲ ਨਹੀਂ ਹੁੰਦੀਆਂ, ਫਾਈਲਾਂ ਅੱਗੇ ਜਾਂਦੀਆਂ ਨਹੀਂ, ਖਾਤਿਆਂ ਦੇ ਵਿੱਚ ਕਿਸਾਨਾਂ ਦੇ ਪੈਸਾ ਕਿਵੇਂ ਆਊਗਾ? ਤੇ ਪੈਸਾ ਪਾਉਣ ਤੋਂ ਪਹਿਲਾਂ ਹੀ ਤੇ ਆਪਾਂ ਬੋਰਡ ਲਾਤੇ ਵੀ ਭਾਈ ਅਸੀਂ ਤਾਂ ਕਮਾਲ ਕਰਤੀ ਆ। ਸੋ ਪਹਿਲਾਂ ਕੰਮ ਕਰ ਲਈਏ, ਬਾਅਦ ਦੇ ਵਿੱਚ ਆਪੇ ਇਹ ਗੱਲ ਚਰਚਾ ਦੇ ਵਿੱਚ ਆ ਜਾਣੀ ਹੈ ਜੀ। ਨਾਲੇ ਟਾਣਾ ਸਾਹਿਬ ਜਿਹੜਾ ਪੈਸਾ ਬੋਰਡਾਂ ਦੇ ਉੱਪਰ ਬਰਬਾਦ ਕੀਤਾ ਗਿਆ, ਕਿ ਉਸ ਪੈਸੇ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਨਹੀਂ ਸੀ ਦਿੱਤਾ ਜਾ ਸਕਦਾ? ਤੁਸੀਂ ਵੇਖੋ ਵੀ ਲੱਖਾਂ ਕਰੋੜਾਂ ਰੁਪਈਆ ਹਰ ਸਾਲ ਪ੍ਰਚਾਰ ਦੇ ਉੱਪਰ ਖਰਚ ਹੁੰਦਾ ਹੈ। ਵੱਖੋ ਵੱਖਰੀਆਂ ਪਾਰਟੀਆਂ ਆਪਣੇ ਪ੍ਰਚਾਰ ਦੇ ਉੱਪਰ ਇਹ ਪੈਸਾ ਖਰਚ ਕਰਦੀਆਂ ਨੇ, ਪਰ ਇਹ ਪੈਸਾ ਜਿਹੜਾ ਹੈ ਜੇਕਰ ਲੋਕਾਂ ਦੇ ਉੱਪਰ ਲਗਾਇਆ ਜਾਏ, ਵਾਕਈ ਗਰੀਬਾਂ ਦੀ ਮਦਦ ਕੀਤੀ ਜਾਏ, ਕਿਸਾਨਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਏ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਸਾਰ ਲਈ ਜਾਏ, ਤਾਂ ਫਿਰ ਜ਼ਿਆਦਾ ਵਧੀਆ ਨੇ। ਫਿਰ ਮੈਨੂੰ ਲੱਗਦਾ ਕਿ ਲੋਕ ਆਪ ਹੀ ਘਰ ਘਰ ਪ੍ਰਚਾਰ ਕਰਨਗੇ ਵੀ ਦੇਖੋ ਮੇਰਾ ਆਹ ਮਸਲਾ ਹੱਲ ਹੋ ਗਿਆ, ਮੇਰੇ ਨਿਆਣਿਆਂ ਦਾ ਆਹ ਮਸਲਾ ਹੱਲ ਹੋ ਗਿਆ, ਤਾਂ ਆਪੇ ਲੋਕਾਂ ਨੂੰ ਪਤਾ ਲੱਗ ਜਾਊਗਾ। ਹੁਣ ਇਹ ਇਕੱਲੇ ਬੋਰਡ ਲਾ ਕੇ ਨਾ ਤੇ ਪੈਸਾ ਖਰਾਬ ਕਰਨ ਦੇ ਨਾਲ ਕੀ ਕਦੇ ਕਿਸੇ ਨੂੰ ਕੋਈ ਫਾਇਦਾ ਹੋਇਆ? ਵੱਡੀ ਗੱਲ ਇਹ ਆ ਵੀ ਇਹ ਪੈਸਾ ਵੀ ਲੋਕਾਂ ਦਾ ਹੀ ਆ। ਸੋ ਚੰਨੀ ਸਾਹਿਬ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ, ਉਹਨਾਂ ਨੇ ਲੋਕਾਂ ਦੇ ਨਾਲ ਮਿਲਣਾ ਜੁਲਣਾ ਸ਼ੁਰੂ ਕੀਤਾ, ਬਹੁਤ ਚੰਗੀ ਗੱਲ ਆ। ਉਹ ਸਾਦੀ ਜ਼ਿੰਦਗੀ ਵਾਲੇ ਇਨਸਾਨ ਆ, ਇਹ ਉਸ ਤੋਂ ਵੀ ਚੰਗੀ ਗੱਲ ਆ। ਉਹ ਆਮ ਬੰਦੇ ਦੇ ਵਿੱਚ ਜਾ ਕੇ ਵਿਚਰਦੇ ਆ, ਇਹ ਵੀ ਬਹੁਤ ਚੰਗੀ ਗੱਲ ਹੈ। ਪਰ ਆਪਾਂ ਨੂੰ ਉਹ ਕੰਮ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਹੁਣ ਤੱਕ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ। ਆਪਾਂ ਨੂੰ ਇੱਕ ਨਵੀਂ ਪਿਰਤ ਕੰਮ ਕਰਕੇ ਵੀ ਪਾਉਣੀ ਚਾਹੀਦੀ ਹੈ। ਸਾਦਗੀ ਦੀਆਂ ਖਬਰਾਂ ਬਹੁਤ ਸਾਰੀਆਂ ਹੋ ਗਈਆਂ। ਹੁਣ ਲੋਕ ਇਹ ਚਾਹੁੰਦੇ ਜੀ ਕਿ ਜਿਹੜੇ ਤੁਹਾਡੀ ਹੀ ਪਾਰਟੀ ਨੇ 17 ਦੇ ਵਿੱਚ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਕਰੋ। ਨਾ ਤਾਂ ਹਾਲੇ ਤੱਕ ਰੇਤ ਮਾਫੀਏ ਦਾ ਮਸਲਾ ਹੱਲ ਹੋਇਆ, ਨਾ ਕੇਬਲ ਮਾਫੀਏ ਵਾਲਾ ਹੋਇਆ, ਨਾ ਨਸ਼ੇ ਮਾਫੀਏ ਨੂੰ ਨੱਥ ਪਈ ਆ, ਨਾ ਹੀ ਇੱਥੇ ਬੇਦਬੀ ਦਾ ਇਨਸਾਫ ਮਿਲਿਆ, ਨਾ ਘਰ ਘਰ ਨੌਕਰੀ ਮਿਲੀ ਆ। ਉਹ ਕੰਮ ਕਰਗੇ ਲੋਕ ਆਪੇ ਹੀ ਕਹਿਣਗੇ ਵੀ ਐਡਾ ਸਾਦਾ ਬੰਦਾ ਇੰਨੇ ਵਧੀਆ ਕੰਮ ਕਰਦੇ। ਬਿਲਕੁਲ ਸਹੀ ਹੈ ਹਰਮਨ ਜੀ। ਕੈਪਟਨ ਕਹਿੰਦਾ ਮੈਂ ਐਸਾ ਸੱਪ ਕੱਢੂੰ ਵੀ ਬੰਬ ਬੁਲਾ ਦੂੰ ਬੰਬ। ਕੈਪਟਨ ਸਾਹਿਬ ਬੀਨ ਵਜਾਉਣ ਲੱਗ ਗਏ? ਨਹੀਂ ਬੀਨ ਨਹੀਂ ਵਜਾਉਂਦੇ ਗਏ, ਸਮਝਿਆ ਕਰੋ। ਉਹ ਕਹਿੰਦੇ ਮੈਂ ਐਸਾ ਸੱਪ ਕੱਢਦਾ ਹੁੰਨਾ
ਵੀ ਬਸ ਮੈਂ ਪਟਾਰੀ ਦੇ ਵਿੱਚ ਕੀਲ ਕੇ ਸੱਪ ਪਾਇਆ ਵਿਆ ਤੇ ਇਸ ਸੱਪ ਨੇ ਜਦੋਂ ਫਣ ਚੱਕਿਆ ਨਾ ਤੇ ਬੰਬ ਬੁਲਾ ਲੈਣੇ, ਵੱਟ ਕੱਢ ਦੇਣੇ ਸ਼ਰੀਕਾਂ ਦੇ। ਵੈਸੇ ਤਾਂ ਜਿੱਦਣ ਅਸਤੀਫਾ ਦਿੱਤਾ ਸੀ ਇੱਕਦਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੱਪ ਦਾ ਉਦਣ ਵੀ ਕੱਢਿਆ ਸੀ, ਲੋਕ ਹੈਰਾਨ ਹੋ ਗਏ ਸੀ ਇੱਕਦਮ ਕੀ ਹੋਇਆ ਇਹ, ਹੈਨਾ। ਤੇ ਹੁਣ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ, ਕੋਈ ਕੁਝ ਕਹੀ ਜਾਂਦਾ, ਕੋਈ ਕੁਝ ਕਹੀ ਜਾਂਦਾ, ਕੋਈ ਕਹਿੰਦਾ ਕੈਪਟਨ ਸਾਹਿਬ ਆਪਣੀ ਪਾਰਟੀ ਬਣਾਉਣਗੇ, ਕੋਈ ਕਹਿੰਦਾ ਨਹੀਂ ਨਹੀਂ ਇਹ ਫਲਾਣੀ ਪਾਰਟੀ ਨਾਲ ਗੱਠਜੋੜ ਕਰਨਗੇ, ਕੋਈ ਕਹਿੰਦਾ ਨਹੀਂ ਇਹ ਫਲਾਣੀ ਪਾਰਟੀ 'ਚ ਸਿੱਧਾ ਜਾ ਸਕਦੇ ਨੇ। ਕਿਆਸ ਰਾਈਆਂ ਲੋਕ ਬਹੁਤ ਲਗਾ ਰਹੇ ਨੇ, ਪਰ ਕੈਪਟਨ ਸਾਹਿਬ ਕੀ ਕਰਦੇ ਨੇ ਹਾਲੇ ਇਹਦੇ ਬਾਰੇ ਕੁਝ ਨਹੀਂ ਪਤਾ। ਦੇਖੋ ਕੈਪਟਨ ਸਾਹਿਬ ਨੂੰ ਇੱਕ ਬੇਨਤੀ ਆ ਵੀ ਜਿਹੜਾ ਸੱਪ ਤੁਸੀਂ ਹੁਣ ਕੱਢਣ ਨੂੰ ਫਿਰਦੇ ਆ, ਜੇ ਕਿਤੇ 4.5 ਸਾਲ ਤੋਂ ਲਗਾਤਾਰ ਕੱਢਦੇ ਤੇ ਅੱਜ ਤੁਹਾਨੂੰ ਇਸ ਥਾਂ ਤੋਂ ਲਾਉਣਾ ਨਹੀਂ ਸੀਗਾ। ਇਹ ਤੁਹਾਡੇ ਸੱਪ ਦੇ ਵਿੱਚ ਵੀ ਫੁਕਾਰਾ ਜਾ ਉਸ ਤੋਂ ਬਾਅਦ ਹੀ ਆਇਆ ਜਦੋਂ ਤੁਹਾਨੂੰ ਲਾਹ ਦਿੱਤਾ ਗਿਆ। ਤੇ ਇੱਧਰ ਵਿਧਾਇਕ ਦਲ ਦੀ ਮੀਟਿੰਗ ਛੱਡਦੀ ਆ, ਉਸ ਤੋਂ ਪਹਿਲਾਂ ਆਪਾਂ ਰਾਜਪਾਲ ਨੂੰ ਅਸਤੀਫਾ ਦੇਣ ਦੀ ਗੱਲ ਕਰ ਦਿੰਦੇ ਆ। ਲੋਕ ਇਹ ਗੱਲ ਚਾਹੁੰਦੇ ਵੀ ਅਸੀਂ ਤੁਹਾਡੇ ਨਾਲ ਧਿਰ ਬਣ ਕੇ ਖੜਦੇ, ਜੇਕਰ ਤੁਸੀਂ ਸਾਡੇ ਮਸਲੇ ਹੱਲ ਕੀਤੇ ਹੁੰਦੇ। ਤੁਹਾਡੇ ਸੱਪ ਦੀ ਰਾਖੀ ਅਸੀਂ ਕਰਦੇ ਵੀ ਫਨ ਬੜਾ ਤਕੜਾ, ਹੁਣ ਤੁਸੀਂ ਫਨ ਚੱਕੀ ਫਿਰਦੇ ਆ। ਇਹ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ, ਪਰ ਪਤਾ ਇਹ ਵੀ ਲੱਗਾ ਹਰਬੰਜੀ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਸਾਬਕਾ ਇਹ ਉੱਥੇ ਕਰਕੇ ਗਿੱਟ-ਬਿੱਟ ਕਈਆਂ ਦੇ ਨਾਲ ਤੇ ਵਾਪਸ ਆ ਗਏ ਚੰਡੀਗੜ੍ਹ ਦੇ ਵੱਲ। ਤੇ ਮੰਨਿਆ ਜਾ ਰਿਹਾ ਜੀ ਕਿ ਇਹਨਾਂ ਦੇ ਵੱਲੋਂ ਪੰਜਾਬ ਵਿਕਾਸ ਪਾਰਟੀ ਦੀ ਥਾਂ ਦੇ ਉੱਤੇ ਵਿੱਚ ਕਿਸਾਨ ਸ਼ਬਦ ਪਾ ਕੇ ਤੇ ਪਾਰਟੀ ਦਾ ਨਾਂ ਰੱਖਿਆ ਜਾਊਗਾ। ਇਹ ਵੀ ਪਤਾ ਲੱਗਾ ਜੀ ਕਿ ਕੁਝ ਕਿਸਾਨ ਆਗੂਆਂ ਦੇ ਨਾਲ ਵੀ ਇਹਨਾਂ ਨੇ ਸੰਪਰਕ ਕਾਇਮ ਕੀਤਾ। ਇਹ ਪੁਲ ਦਾ ਕੰਮ ਕਰਨ ਦਾ ਸਿਲਸਿਲਾ ਸ਼ੁਰੂ ਕਰ ਚੁੱਕੇ, ਜਿਵੇਂ ਕਿ ਆਪਾਂ ਪਹਿਲਾਂ ਕਹਿੰਦੇ ਸੀਗੇ। ਤੇ ਮੰਨਿਆ ਜਾ ਰਿਹਾ ਜੋ ਕਿ ਅੰਦਾਜ਼ੇ ਇਸ ਵਕਤ ਲੱਗ ਰਹੇ ਆ ਵੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਸ ਗੱਲ ਦੇ ਉੱਤੇ ਸਹਿਮਤ ਕਰਾਉਣ ਦੀ ਕੋਸ਼ਿਸ਼ ਕਰਨ ਕਿਸਾਨ ਆਗੂਆਂ ਨੂੰ ਵੀ 3 ਸਾਲ ਦੇ ਲਈ ਜੇਕਰ ਕਾਨੂੰਨ ਰੋਕ ਦਿੱਤੇ ਜਾਣ, ਫਸਲਾਂ ਦੀ ਖਰੀਦ ਦੀ ਜਿਹੜੀ ਆ ਉਹ ਗਰੰਟੀ ਮਿਲ ਜਾਵੇ, ਜੇਕਰ ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਲਈ ਵੱਡਾ ਪੈਕੇਜ ਮਿਲ ਜੇ ਤੇ ਕੇਂਦਰ ਦੀ ਸਰਕਾਰ ਇਹ ਗੱਲ ਕਹਿ ਦੇਵੇ ਵੀ ਜਿਹੜੇ ਵੀ ਸੂਬੇ ਨੇ ਖੇਤੀ ਕਾਨੂੰਨ ਲਾਗੂ ਕਰਨੇ ਕਰ ਲਵੇ, ਜਿਹਨੇ ਨਹੀਂ ਕਰਨੇ ਉਹ ਨਾ ਕਰੇ। ਤੇ ਕੀ ਇਸ ਗੱਲ ਦੇ ਉੱਤੇ ਸਹਿਮਤੀ ਬਣ ਜੂ? ਉਹ ਕਹਿੰਦੇ ਆ ਲੋਕ ਵੀ ਭਾਈ ਇਸ ਗੱਲ ਦੇ ਉੱਤੇ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕੀ ਤੋਰੀ ਬੈਠੇ ਆ ਤੇ ਕਹਿੰਦੇ ਵੀ ਦੀਵਾਲੀ ਦੇ ਨੇੜੇ ਤੇੜੇ ਇਸ ਮਸਲੇ ਦੇ ਉੱਤੇ ਸ਼ਾਇਦ ਕੋਈ ਨਾ ਕੋਈ ਵੱਡਾ ਫੈਸਲਾ ਹੋ ਜੇ। ਦੇਖੋ ਗੱਲ ਇਹ ਹੈ ਟਾਣਾ ਸਾਹਿਬ, ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਮਸਲਾ ਹੱਲ ਹੋਵੇ, ਕਿਉਂਕਿ ਆਪਾਂ ਜਾਣਦੇ ਆ ਕਿ ਸਾਲ ਹੋ ਚੱਲਿਆ, ਮਤਲਬ ਥੋੜੇ ਹੀ ਹੁਣ ਤਾਂ ਸਮਾਂ ਰਹਿ ਗਿਆ, ਸਾਲ ਪੂਰਾ ਹੋ ਜਾਣਾ ਹੈ। ਕਿਸਾਨਾਂ ਨੂੰ ਆਪਣੇ ਘਰਾਂ ਤੋਂ ਨਿਕਲਿਆ ਹੋਇਆ ਉਹ ਵਿਚਾਰੇ ਆਪਣੇ ਹੱਕਾਂ ਦੀ ਖਾਤਰ ਬਹੁਤ ਕੁਝ ਝੇਲ ਚੁੱਕੇ ਨੇ, ਬਹੁਤ ਕੁਝ ਸਹਿਨ ਕੀਤਾ ਉਹਨਾਂ ਨੇ ਹੁਣ ਤੱਕ। ਤੇ ਇਸ ਮਸਲੇ ਦਾ ਨਿਪਟਾਰਾ ਹੋਣਾ ਚਾਹੀਦਾ, ਹੱਲ ਜ਼ਰੂਰ ਨਿਕਲਣਾ ਚਾਹੀਦਾ ਹੈ। ਬਾਕੀ ਸਮਾਂ ਬਹੁਤ ਵੱਡੀ ਚੀਜ਼ ਹੈ, ਬਹੁਤ ਬਲਵਾਨ ਹੁੰਦਾ ਹੈ ਸਮਾਂ, ਇਹ ਜ਼ਰੂਰ ਸਾਫ਼ ਕਰ ਦਊਗਾ ਕਿ ਕਿਹੜਾ ਕਿੱਧਰਲੇ ਵਾਲੇ ਪਾਸੇ ਨੂੰ। ਬਿਲਕੁਲ ਜੀ, ਇਹ ਜਿਹੜੀ ਗੱਲ ਵਿਚਾਲੇ ਝੋਲ ਜਾ ਮਾਰਦੀ ਹੈ ਵੀ 3 ਸਾਲ ਦੇ ਲਈ ਜੇਕਰ ਕਾਨੂੰਨ ਰੋਕ ਦਿੱਤੇ ਜਾਣ, ਪਰ ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਤਿੰਨੇ ਖੇਤੀ ਕਾਨੂੰਨ ਮੁੱਢੋਂ ਰੱਦ ਕੀਤੇ ਜਾਣ ਤੇ ਲਿਖਤੀ ਤੌਰ ਦੇ ਉੱਤੇ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ। ਤੇ ਜਿਹੜਾ ਉਹ ਅਜੇ ਮਿਸ਼ਰਾ ਜਿਹੜਾ ਕਹਿੰਦਾ ਸੀ ਕਿ ਮੈਂ ਸਿੱਧੇ ਕਰ ਦਿੰਦਾ ਹੁਣ 2 ਦਿਨਾਂ ਦੇ ਵਿੱਚ ਹੀ, ਉਹਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢਿਆ ਜਾਵੇ। ਹੁਣ ਮੰਗਾਂ 2 ਨਹੀਂ ਮੰਗਾਂ 3 ਬਣ ਗਈਆਂ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਦੇ ਵਿੱਚ ਪੈ ਕੇ ਕਿਵੇਂ ਜੇ ਹੱਲ ਕਰਾਉਣਗੇ ਵਕਤ ਬਿਆਨ ਕਰੂਗਾ। ਜੀ ਬਿਲਕੁਲ। ਤੇ ਬਾਕੀ ਸਿਆਸਤ ਪੂਰੀ ਤਰ੍ਹਾਂ ਭੱਖੀ ਹੋਈ ਹੈ, ਪੂਰੀ ਤਰ੍ਹਾਂ ਭੱਖੀ ਹੋਈ ਆ। ਪਰ ਮੈਂ ਤੁਹਾਨੂੰ ਇੱਕ ਬੇਨਤੀ ਫੇਰ ਕਰਦਾ ਜੀ, ਝੇਲ ਰਹੇ ਨਹੀਂ ਹੁੰਦਾ, ਝੱਲ ਰਹੇ ਆ। ਕਿਸਾਨ ਇਸ ਜ਼ਿਆਦਤੀ ਨੂੰ ਬਰਦਾਸ਼ਤ ਕਰ ਰਹੇ ਆ। ਤੁਹਾਨੂੰ ਹੋਇਆ ਕੀ ਆ? ਟਾਣਾ ਸਾਹਿਬ ਹਿੱਲੀ ਹੋਈ ਆ। ਹਾਂ ਮਾਫੀ ਚਾਹੁੰਦੀ ਆ। ਠੀਕ ਆ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ। ਜੀ ਜੀ। ਤੇ ਹੁਣ ਅੱਗੇ ਵਧੀਏ ਟਾਣਾ ਸਾਹਿਬ। ਅੱਗੇ ਵਧਦੇ ਪਰ ਕੈਮਰੇ ਤੋਂ ਬਾਹਰ ਹੋ ਜਾਣਾ। ਨਹੀਂ ਖਬਰਾਂ 'ਚ ਅੱਗੇ ਵਧਦੇ ਆ। ਦੇਖੋ ਵੀ ਦਾੜੀ ਕਾਲੀ ਕਰਨ ਦਾ ਸੁਪਨਾ ਰਹਿ ਗਿਆ। ਵਸਮਾ ਕਿਹਾ ਸੀ ਤੁਸੀਂ? ਵਸਮਾ ਕਿਹਾ ਸੀ ਮੈਂ। ਹਾਂਜੀ। ਉਹ ਕਹਿੰਦੇ ਵੀ ਡਾਈ ਡੂਈ ਲਾਉਣ ਦੀ ਹੁਣ ਆਗਿਆ ਨਹੀਂ ਗੀ। ਅੱਛਾ। ਕਹਿੰਦੇ ਤੈਨੂੰ ਬਿਲਕੁਲ ਨਹੀਂ ਮੋਚਨਾ ਮਿਲਣਾ, ਬਿਲਕੁਲ ਤੁਹਾਡੇ ਲਈ ਕੋਈ ਸਹੂਲਤ ਨਹੀਂ ਮਿਲਣੀ, ਸਗੋਂ ਹੋਰ ਸਜ਼ਾ ਮਿਲਣੀ ਆ। ਹੈ ਹਾਂਜੀ 18 ਤਰੀਕ ਨੂੰ ਮਿਲਣੀ ਹੈ ਕਹਿੰਦੇ। ਇਹ ਪਹਿਲਾਂ ਲੰਘੇ ਕੱਲ ਮਿਲਣੀ ਸੀ, ਪਰ ਹੁਣ ਇਹਨੂੰ ਅੱਗੇ ਪਾ ਦਿੱਤਾ ਗਿਆ, ਮੁਲਤਵੀ ਕਰ ਦਿੱਤਾ ਗਿਆ। ਮਾਨਯੋਗ ਜੱਜ ਸਾਹਿਬ ਨੇ 18 ਤਰੀਕ ਨੂੰ ਸਜ਼ਾ ਸੁਣਾਉਣੀ ਆ ਤੇ ਕਹਿੰਦੇ ਵੀ ਚਿਹਰੇ ਦੇ ਉੱਤੇ ਪਲੱਤਣ ਛਾਈ ਪਈ ਆ। ਓਹੋ, ਮੁਸ਼ਕਲ ਦਾ ਦੌਰ ਹੋਰ ਵੱਧ ਗਿਆ। ਹੁਣ ਇਸ ਗੱਲ ਦੀ ਆਸ ਨਹੀਂ ਕਿ ਪੈਰੋਲ ਮਿਲ ਜੂਗੀ। ਪਹਿਲਾਂ ਇਉਂ ਲੱਗਦਾ ਸੀ ਵੀ ਜਿਵੇਂ ਜੌਂ ਭਨਾਉਂਦਾ ਗਾਉਂ, ਇਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ, ਆਪਦੇ ਗਾਉਂ ਦੇ ਕਰਕੇ ਸਰਕਾਰਾਂ ਜਿਹੜੀਆਂ ਸ਼ਾਇਦ ਪੈਰੋਲ ਦੇ ਦੇਣ, ਪਰ ਜਿਹੜੇ ਦਿਨਾਂ ਦੇ ਵਿੱਚ ਪੈਰੋਲ ਦੇਣੀ ਚਾਹੀਦੀ ਸੀ ਉਹਨਾਂ ਦਿਨਾਂ ਦੇ ਵਿੱਚ ਨਵੇਂ ਸਿਰੋਂ ਇੱਕ ਹੋਰ ਕੇਸ ਦੇ ਵਿੱਚ ਸਜ਼ਾ ਆਉਣ ਲੱਗੀ ਆ। ਇਸ ਕਰਕੇ ਇਹ ਗੱਲਾਂ ਦਿਲ ਵਿੱਚ ਰਹਿ ਗਈਆਂ। ਹਾਂ ਬਿਲਕੁਲ ਸਹੀ ਹੈ। ਐਵੇਂ ਨਹੀਂ ਸਿਆਣੇ ਕਹਿੰਦੇ ਬੁਰੇ ਕੰਮ ਦਾ ਬੁਰਾ ਨਤੀਜਾ, ਬੰਦੇ ਨੂੰ ਸੋਚ ਸਮਝ ਕੇ ਕੁਝ ਵੀ ਕਰਨਾ ਚਾਹੀਦਾ। ਬਾਕੀ ਹੁਣ ਹਰ ਇੱਕ ਦੀਆਂ ਨਜ਼ਰਾਂ 18 ਤਰੀਕ ਦੇ ਉੱਪਰ ਟਿਕੀਆਂ ਹੋਈਆਂ ਨੇ ਕਿ ਆਖਰਕਾਰ, ਕਿਉਂਕਿ ਰਾਖਵਾਂ ਰੱਖ ਲਿਆ ਗਿਆ ਇਸ ਫੈਸਲੇ ਨੂੰ, ਤੇ ਉਸ ਤੋਂ ਬਾਅਦ ਹੁਣ ਹਰ ਕੋਈ ਦੇਖਣਾ ਚਾਹੁੰਦਾ ਵੀ ਆਖਰਕਾਰ ਕੀ ਫੈਸਲਾ ਜਿਹੜਾ ਉਹ ਸਾਹਮਣੇ ਬਿਲਕੁਲ ਜੀ। ਤੇ ਗੁਰਮੀਤ ਰਾਮ ਰਹੀਮ ਦੇ ਪੱਖ ਦੇ ਵਕੀਲਾਂ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਇਹਨਾਂ ਨੇ ਇਨਸਾਨੀਅਤ ਦੇ ਲਈ ਬਹੁਤ ਸਾਰੇ ਕੰਮ ਕੀਤੇ ਆ। ਇਹਨਾਂ ਨੇ ਬੂਟੇ ਲਾਏ ਆ, ਇਹਨਾਂ ਦੇ ਵੱਲੋਂ ਖੂਨਦਾਨ ਕੈਂਪ ਲਾਏ ਗਏ ਆ,
ਇਹਨਾਂ ਦੇ ਵੱਲੋਂ ਅੱਖਾਂ ਦੇ ਕੈਂਪ ਲਾਏ ਗਏ ਆ, ਹੋਰ ਬੜੇ ਮਸਲੇ ਹੱਲ ਕੀਤੇ ਗਏ ਆ। ਇਸ ਕਰਕੇ ਉਹਨਾਂ ਕੰਮਾਂ ਨੂੰ ਮੁੱਖ ਰੱਖਦਿਆਂ ਇਹਨਾਂ ਦੀ ਸਜ਼ਾ ਘੱਟ ਤੋਂ ਘੱਟ ਹੋਵੇ ਜੀ। ਪਰ ਸੀਬੀਆਈ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਕਿਹਾ ਕਿ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ, ਇਹ ਜੁਰਮ ਕੋਈ ਛੋਟਾ ਨਹੀਂ ਹੈ ਤੇ ਹੁਣ ਦੋਸ਼ ਕਿਉਂਕਿ ਅਦਾਲਤ ਦੇ ਵੱਲੋਂ ਦੋਸ਼ੀ ਮੰਨ ਲਿਆ ਗਿਆ ਹੈ ਤੇ ਕਹਿੰਦੇ ਸਜ਼ਾ ਜਿਹੜੀ ਹੈ ਉਸ ਹਿਸਾਬ ਨਾਲ ਪੂਰੀ ਸਖਤ ਦਿਓ। ਬਿਲਕੁਲ ਜੀ, ਤੇ ਸਭ ਦੇ ਆਪੋ ਆਪਣੇ ਵਿਚਾਰ ਆ। ਜਿਹੜੇ ਇਸ ਵਕਤ ਪੈਰੋਕਾਰ ਆ ਉਹ ਹੋਰ ਭੰਬਲ ਭੂਸੇ ਦੇ ਵਿੱਚ ਆ। ਕਈ ਹਾਲੇ ਵੀ ਇਹ ਗੱਲ ਕਹਿੰਦੇ ਵੀ ਇਹ ਤਾਂ ਸਿਆਸਤ ਕੀਤੀ ਜਾ ਰਹੀ ਹੈ, ਸਾਡੇ ਪਿਤਾ ਜੀ ਨੂੰ ਐਵੇਂ ਘੜੀਸਿਆ ਜਾ ਰਿਹਾ। ਕਈ ਲੋਕ ਇਹ ਗੱਲ ਕਹਿੰਦੇ ਵੀ ਜੋ ਕੀਤਾ ਉਹਦਾ ਨਤੀਜਾ ਹੁਣ ਮਿਲ ਰਿਹਾ। ਸੋ ਵਿਚਾਰ ਸਭ ਦੇ ਆਪੋ ਆਪਣੇ ਆ। ਅਸੀਂ ਨਹੀਂ ਕਹਿੰਦੇ ਵੀ ਭਾਈ ਤੁਸੀਂ ਕਿਹਨੂੰ ਕੀ ਮੰਨਣਾ ਤੇ ਕਿਹਨੂੰ ਕੀ ਨਹੀਂ ਮੰਨਣਾ, ਪਰ ਇਹ ਗੱਲ ਪੱਕੀ ਹੈ ਵੀ ਆਸਾ ਰਾਮ ਤੇ ਗੁਰਮੀਤ ਰਾਮ ਰਹੀਮ ਦਾ ਹਾਲ ਤਕਰੀਬਨ ਇੱਕੋ ਜਿਹਾ ਹੀ ਆ। ਚੜ੍ਹਤ ਵੀ ਇੱਕੋ ਜਿਹੀ ਸੀ ਤੇ ਵਰਤਮਾਨ ਸਥਿਤੀ ਵੀ ਇੱਕੋ ਜਿਹੀ ਹੈ। ਬਿਲਕੁਲ, ਔਰ ਹੁਣ ਤਾਂ ਇਉਂ ਲੱਗ ਰਿਹਾ ਹੈ ਕਿ ਸ਼ਾਇਦ ਬਾਹਰ ਆਉਣਾ ਔਖਾ ਹੀ ਹੋ ਜਾਣਾ, ਕਿਉਂਕਿ ਜਿਸ ਹਿਸਾਬ ਦੇ ਨਾਲ ਪਰਤਾਂ ਖੁੱਲ ਰਹੀਆਂ ਨੇ, ਜਿਸ ਹਿਸਾਬ ਦੇ ਨਾਲ ਨਿਤ ਨਵੀਂ ਗੱਲ ਸਾਹਮਣੇ ਆ ਰਹੀ ਹੈ, ਉਹ ਬਹੁਤ ਕੁਝ ਬਿਆਨ ਕਰ ਰਹੀ ਹੈ ਆਪਣੇ ਆਪ ਦੇ ਵਿੱਚ। ਸੋ ਇਸ ਲਈ ਮਾਮਲਾ ਜਿਹੜਾ ਹੈ ਹੋਰ ਜ਼ਿਆਦਾ ਗੁੰਝਲਦਾਰ ਹੁੰਦਾ ਜਾ ਰਿਹਾ। ਹਾਲੇ ਹੋਰ ਪਤਾ ਨਹੀਂ ਕੀ ਕੁਝ ਸਾਹਮਣੇ ਆਊਗਾ ਲੋਕਾਂ ਦੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਵੀ ਪੰਜਾਬ ਦੇ ਵਿੱਚੋਂ ਡੇਰਾਵਾਦ ਕਦੋਂ ਖਤਮ ਹੋਊਗਾ? ਪੰਜਾਬ ਦੇ ਲੋਕ ਆ ਜਿਹੜੇ ਡੇਰਿਆਂ ਦੇ ਵੱਲ ਕਿਉਂ ਮੁੜੇ ਆ? ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਇਹਨਾਂ ਲੋਕਾਂ ਨੂੰ ਅਸੀਂ ਮੁੱਖ ਧਾਰਾ ਦੇ ਵਿੱਚ ਰੱਖ ਹੀ ਨਹੀਂ ਸਕੇ? ਇਹ ਉਹ ਗੱਲਾਂ ਜਿਹਦੇ ਬਾਰੇ ਕਦੇ ਕਿਸੇ ਨੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਸਾਰੇ ਪੇਤਲੀ ਜੀ ਗੱਲ ਕਰਦੇ ਆ, ਡੇਰਿਆਂ ਤੇ ਨੇਤਾ ਬਹੁਤ ਜਾਂਦੇ ਆ ਤੇ ਡੇਰੇ ਨੇਤਾਵਾਂ ਕਰਕੇ ਫੈਲਦੇ ਆ ਤੇ ਲੋਕ ਮੱਥਾ ਟੇਕਣ ਜਾਂਦੇ, ਬਾਅਦ ਦੇ ਵਿੱਚ ਵੋਟਾਂ ਦੇ ਰੂਪ 'ਚ ਬਦਲ ਜਾਂਦੇ ਆ। ਸੋ ਗੱਲਾਂ ਵਿਚਲੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਕਿਹੜੇ ਅਸੀਂ ਧਰਮ ਦੇ ਪ੍ਰਚਾਰ ਦੀ ਗੱਲ ਕਰਦੇ ਆ, ਪੰਜਾਬ ਦੇ ਲੋਕਾਂ ਅੰਦਰਲੀ ਭਟਕਣਾ ਜਿਹੜੀ ਉਹ ਕਿਹੜੇ ਪਾਸੇ ਨੂੰ ਮੋੜ ਕਟਾਈ ਜਾਂਦੀ ਹੈ ਤੇ ਉਹਨਾਂ ਲੋਕਾਂ ਨੂੰ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੇ ਗਾਉਂ ਦੇ ਲਈ, ਆਪਣੇ ਸਵਾਰਥ ਦੇ ਲਈ ਲੀਡਰ ਵਰਤਦੇ ਆ। ਬਿਲਕੁਲ ਸਹੀ। ਹਰਮਨ ਜੀ, ਮੈਂ ਨਾ ਕਈ ਹਿੰਦੀ ਫਿਲਮਾਂ ਇਹੋ ਜਿਹੀਆਂ ਦੇਖੀਆਂ ਜਿਹਦੇ ਵਿੱਚ ਨਾ ਮੁੰਡੇ ਕੁੜੀ ਦੇ ਫੇਰੇ ਹੋਈ ਜਾਂਦੇ ਆ ਤੇ ਉਧਰੋਂ ਕੁੜੀ ਦੇ ਮਾਪੇ ਜਾਂ ਕੋਈ ਗੁੰਡੇ ਬਦਮਾਸ਼ ਹੋਰ ਆਉਂਦੇ ਜਿਹੜੇ ਕਿ ਵਿਆਹ ਨੂੰ ਰੁਕਵਾਉਣਾ ਚਾਹੁੰਦੇ ਆ। ਰੁਕੋ, ਉਹ ਕਹਿੰਦੇ ਰੁਕੋ, ਗੋਲੀ ਚਲਾਉਂਦੇ ਠਸ਼ੂ ਕਰਕੇ। ਇਹ ਸ਼ਾਦੀ ਨਹੀਂ ਹੋ ਸਕਦੀ, ਇਹ ਸ਼ਾਦੀ ਨਹੀਂ ਹੋ ਸਕਦੀ, ਇਹਨੂੰ ਰੋਕ ਲਓ ਇੱਥੇ। ਪਰ ਮੁੰਡਾ ਬਾਅਦ ਦੇ ਵਿੱਚ ਕਹਿੰਦਾ ਵੀ ਭਾਈ ਛੇਤੀ ਛੇਤੀ ਸਾਡੇ ਫੇਰੇ ਕਰਾ ਦੇ। ਪੂਰੇ ਕਰ ਲੈਂਦੇ ਆ, ਉਹ ਪੂਰੇ ਕਰ ਲੈਂਦੇ ਆ। ਤੇ ਮੈਂ ਹੈਰਾਨ ਹੁੰਨਾ ਕਦੇ ਕਦੇ ਵੀ ਫੇਰੇ ਕਿਵੇਂ ਸੁੱਝਦੇ ਆ ਵੀ ਜਿਵੇਂ ਇੱਧਰ ਮੁੱਕੇ ਵੱਜੀ ਜਾਂਦੇ ਆ, ਇੱਧਰ ਡਿਸ਼ੂ ਚੱਲੀ ਜਾਂਦਾ, ਇੱਧਰ ਫੇਰੇ ਹੋਈ ਜਾਂਦੇ ਆ, ਇੱਧਰ ਗੋਲੀਆਂ ਚੱਲੀ ਜਾਂਦੀਆਂ, ਇੱਧਰ ਬੰਦਿਆਂ ਦੀਆਂ ਹਿੱਕਾਂ ਪਾੜੀਆਂ ਜਾ ਰਹੀਆਂ ਤੇ ਇੱਧਰ ਫੇਰੇ ਹੋਈ ਜਾਂਦੇ ਆ। ਫਿਲਮਾਂ 'ਚ ਕੁਝ ਵੀ ਹੋ ਸਕਦਾ ਹੈ, ਪਰ ਇਹ ਨਿੱਜੀ ਜ਼ਿੰਦਗੀ 'ਚ ਹੋਣ ਲੱਗ ਪਿਆ। ਕੀ ਮਤਲਬ? ਜਿਵੇਂ ਆਮ ਤੌਰ ਦੇ ਉੱਤੇ ਆਪਾਂ ਦੇਖਦੇ ਆ ਵੀ ਕੋਈ ਹੀਰੋ ਹੀਰੋਇਨ ਜਿਹੜੀ ਉਹ ਕਿਤੇ ਜੰਗਲ ਦੇ ਵਿੱਚ ਫਸ ਗਏ, ਉਹ ਰਾਹ ਭੁੱਲ ਗਏ, ਉਹਨਾਂ ਨੇ ਅੱਗ ਬਾਲੀ, ਉਹਦੇ ਆਲੀ ਦੁਆਲੀ ਜਿਹੜੀ ਉਹ ਚੁੰਨੀ ਫੜ ਕੇ ਤੇ ਫੇਰੇ ਲੈ ਲੈਂਦੇ ਆ ਤੇ ਕਹਿੰਦੇ ਨੇ ਵੀ ਭਾਈ ਹਮ ਤੋਂ ਇੱਕ ਦੂਸਰੇ ਕੇ ਹੋ ਗਏ, ਜੇ ਮੇਰੇ ਮਾਥੇ ਮੇ ਸੰਦੂਰ ਭਰ ਦੋ। ਉਹ ਫਿਰ ਆਪਣੇ ਅੰਗੂਠਾ ਜਿਹਾ ਵੱਢਦਾ, ਅੰਗੂਠੇ ਤੇ ਮਾੜਾ ਬਲੇਡ ਜਿਹਾ ਮਾਰਦਾ ਕਰਕੇ ਇਹ ਲੋ ਅਬ ਸੇ ਤੁਮ ਮੇਰੀ ਹੋ ਗਈ। ਠੀਕ ਆ, ਪਰ ਉਹ ਨਿੱਜੀ ਜ਼ਿੰਦਗੀ 'ਚ ਚੱਲ ਪਿਆ ਕੰਮ। ਤੁਹਾਡੇ ਮੂੰਹੋਂ ਇੰਨੀ ਖਤਰਨਾਕ ਲੱਗਦੀ ਹੈ ਨਾ ਇਹ ਗੱਲ, ਪਰ ਨਿੱਜੀ ਜ਼ਿੰਦਗੀ 'ਚ ਇਹ ਕੁਛ ਹੋ ਗਿਆ। ਕਿਹਦੀ ਜ਼ਿੰਦਗੀ 'ਚ ਹੋ ਗਿਆ? ਪੰਚਕੂਲੇ ਦੇ ਵਿੱਚ ਮੁੰਡੇ ਕੁੜੀ ਦਾ ਵਿਆਹ ਹੋ ਗਿਆ। ਅੱਛਾ ਜੀ। ਉਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਮੰਗੀ ਸੁਰੱਖਿਆ। ਅੱਛਾ ਜੀ। ਵੀ ਭਾਈ ਮੁੰਡਾ ਕਹਿੰਦਾ ਮੈਂ ਹੈਗਾ ਬੜਾ ਤਕੜਾ ਮਿਰਜ਼ਾ, ਮੈਨੂੰ ਇਸ ਵੇਲੇ ਨਾ ਮਾਰ ਦੇਣਗੇ ਤੇ ਮੈਨੂੰ ਸੁਰੱਖਿਆ ਚਾਹੀਦੀ ਆ। ਪਰ ਮਾਨਯੋਗ ਜੱਜ ਸਾਹਿਬ ਕਹਿੰਦੇ ਵੀ ਇਉਂ ਕਰੋ ਵੀ ਵਿਆਹ ਦੀ ਕੋਈ ਫੋਟੋ ਲੈ ਕੇ ਆਓ, ਸਬੂਤ ਪੇਸ਼ ਕਰੋ। ਤੁਹਾਡੇ ਕੋਲੇ ਜਿਹੜੇ ਵੀ ਮੰਦਿਰ, ਜਿਹੜੇ ਵੀ ਗੁਰਦੁਆਰੇ, ਜਿਹੜੀ ਵੀ ਧਾਰਮਿਕ ਥਾਂ ਤੇ ਜਾ ਕੇ ਤੁਸੀਂ ਵਿਆਹ ਕਰਵਾਇਆ ਉੱਥੋਂ ਦਾ ਸਰਟੀਫਿਕੇਟ, ਪ੍ਰਮਾਣ ਪੱਤਰ ਦਿਓ। ਉਹ ਕਹਿੰਦੇ ਜੀ ਸਾਡੇ ਕੋਲੇ ਤਾਂ ਹੈ ਨਹੀਂਗਾ, ਸਾਡੇ ਕੋਲੇ ਤਾਂ ਬਸ ਆਪਦਾ ਇੱਕ ਭਰੋਸਾ ਹੀ ਆ। ਵੀ ਉਹ ਕਹਿੰਦੇ ਵੀ ਫਿਰ ਕਿਵੇਂ, ਮਤਲਬ ਕੀ ਇਹਦਾ? ਕਹਿੰਦੇ ਵੀ ਦੇਖੋ ਅਸੀਂ ਤਾਂ ਹੋਟਲ ਦੇ ਕਮਰੇ ਦੇ ਵਿੱਚ ਭਾਂਡੇ ਦੇ ਵਿੱਚ ਇੱਕ ਅੱਗ ਬਾਲ ਕੇ ਤੇ ਆਲੇ ਦੁਆਲੇ ਉਹਦੇ ਫੇਰੇ ਲੈ ਲਏ ਸੀ। ਤੇ ਜੱਜ ਸਾਹਿਬ ਕਹਿੰਦੇ ਵੜੋ ਭਾਂਡੇ 'ਚ। ਫਿਰ ਐਡੀ ਕਾਦੀ ਅੱਖਰ ਆਈ ਹੋਈ ਆ ਲੋਕਾਂ ਨੂੰ, ਮੈਨੂੰ ਤਾਂ ਸਮਝ ਨਹੀਂ ਆਉਂਦੀ ਟਾਣਾ ਸਾਹਿਬ ਕਿ ਸਾਡੇ ਲੋਕਾਂ ਦੀ ਸੋਚ ਨੂੰ ਹੋ ਕੀ ਗਿਆ। ਅਸੀਂ ਕਿਉਂ ਨਹੀਂ ਸੋਚ ਕੇ ਰਾਜ਼ੀ ਹੁੰਦੇ ਵੀ ਕੀ ਅਸੀਂ ਕਰ ਰਹੇ ਹਾਂ, ਕੀ ਹੋਣਾ ਚਾਹੀਦਾ ਤੇ ਕਿਵੇਂ। 25,000 ਰੁਪਏ ਜੁਰਮਾਨਾ ਲਾਇਆ ਇਸ ਜੋੜੇ ਨੂੰ, ਚਾਹੀਦਾ ਹੀ ਸੀ। ਉਹ ਕਹਿੰਦੇ ਵੀ ਤੁਹਾਡਾ ਕੰਮ ਹੀ ਇਹ ਆ। ਭਾਂਡੇ 'ਚ ਅੱਗ ਬਾਲ ਕੇ ਕਿੱਥੋਂ ਵਿਆਹ ਹੁੰਦੇ ਨੇ? ਉਹ ਕਹਿੰਦੇ ਵੀ ਅਸੀਂ ਕਰ ਲਿਆ ਕਿਉਂਕਿ ਅਸੀਂ ਅੱਗ ਨੂੰ ਸਾਖੀ ਮੰਨ ਕੇ ਤੇ ਉੱਥੇ ਫੇਰੇ ਲੈ ਲਏ ਆ, ਬਸ ਅਸੀਂ ਇੱਕ ਦੂਜੇ ਦੇ ਬਾਰੇ ਜਾਣਦੇ ਆ। ਆਏ ਹਾਏ, ਜੇ ਜਾਣਦੇ ਹੋ, ਜੇ ਮੰਨ ਲਿਆ ਤਾਂ ਫਿਰ ਸੁਰੱਖਿਆ ਵੀ ਮੰਨ ਲਓ ਨਾ। ਜੇ ਆਹ ਕੁਝ ਕਰਨ ਦੀ ਹਿੰਮਤ ਰੱਖਦੇ ਹੋ ਤਾਂ ਫਿਰ ਸੁਰੱਖਿਆ ਦੀ ਵੀ ਹਿੰਮਤ ਰੱਖੋ ਨਾ। ਤੁਸੀਂ ਮਤਲਬ ਤੁਹਾਡੇ ਕੋਲ ਕੋਈ ਸਬੂਤ ਨਹੀਂ ਆ ਤੇ ਤੁਸੀਂ ਜਾ ਕੇ ਕਹਿੰਦੇ ਹੋ ਸੁਰੱਖਿਆ ਚਾਹੀਦੀ ਹੈ, ਤੇ ਜਦੋਂ ਉਹ ਪੁੱਛਦੇ ਵਿਆਹ ਹੋਇਆ ਕਿ ਨਹੀਂ ਤਾਂ ਕਹਿੰਦੇ ਭਾਂਡੇ 'ਚ ਅੱਗ ਬਾਲ ਕੇ ਤਾਂ ਅਸੀਂ ਵਿਆਹ ਕਰਾ ਲਿਆ। ਥੋੜੀ ਵਿਆਹ ਹੁੰਦੇ ਨੇ। ਉਹ ਕਹਿੰਦੇ ਵੀ ਕਿਸੇ ਫਿਲਮ 'ਚ ਹੁੰਦਾ ਤਾਂ ਮੰਨ ਵੀ ਲੈਂਦੇ, ਪਰ ਇਹ ਭਾਈ ਨਿੱਜੀ ਜ਼ਿੰਦਗੀ ਆ, ਇਹ ਰੀਅਲ ਲਾਈਫ ਨਹੀਂ, ਇਹ ਰੀਅਲ ਲਾਈਫ ਆ। ਬਿਲਕੁਲ ਸਹੀ, ਇਹਨੂੰ ਸਮਝਣ ਦੀ ਲੋੜ ਹੈਗੀ ਆ। ਨਾਲੇ ਇਹ ਵੀ ਪਤਾ ਲੱਗਾ ਵੀ ਮੁੰਡਾ ਵਿਆਹ ਦੀ ਉਮਰ ਵਾਲਾ ਹੀ ਨਹੀਂਗਾ, ਉਹਦੇ ਤੋਂ ਵੀ ਕੁਝ ਮਹੀਨੇ ਛੋਟਾ। ਫਿਰ ਕਿਵੇਂ ਹੋ ਸਕਦਾ ਵਿਆਹ? ਹੋ ਗਿਆ ਫਿਰ ਇਹ ਤਾਂ ਉਲਟਾ ਹੀ ਸਜ਼ਾ ਹੋਊਗੀ ਹੁਣ। ਹਾਂ ਬਿਲਕੁਲ ਸਹੀ ਗੱਲ ਆ ਜੀ। ਤੇ ਹੁਣ ਕਰਾ ਲਓ ਵਿਆਹ, ਫਿਰ ਹੁਣ ਤਰਲੇ ਮਿੰਨਤਾਂ ਹੀ ਐ। ਨਾਲੇ ਦੇਖੋ ਗੱਲ ਇਹ ਆ ਅਸਲ ਦੇ ਵਿੱਚ
ਵੀ ਹਾਲੇ ਹੋਰ ਠਹਿਰ ਜਾਣਾ ਸੀ। ਜ਼ਿੰਦਗੀ ਦੀਆਂ ਉਮਰ ਦੀਆਂ ਪੌੜੀਆਂ ਚੜੋ ਜੀ। ਤੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਗੁਨਾਹ ਘਟਾਓ ਕੀ ਹੈ। ਉਧਰ ਮਿਰਜ਼ੇ ਨੂੰ ਛਾਂਗਣ ਨੂੰ ਫਿਰਦੇ ਹੋਣੇ ਆ, ਉਹਨੇ ਖਾਲੀ ਖਾਲੀ ਆਈ ਵਿਆਹ ਮਿਰਜ਼ੇ ਕਰਾ ਨੇ ਲਿਆ। ਬਹੁਤ ਸਮਾਜ ਸੇਵੀ ਕੰਮ ਕੀਤੇ ਆ ਨਾ। ਆਏ ਹਾਏ, ਦੇਖੋ ਤੁਸੀਂ ਲੋਕ ਕਾਲੇ ਕਿੰਨੇ ਵਿਆਹ ਕਰਾਉਣ ਨੂੰ। ਹੱਦ ਹੀ ਹੋ ਗਈ। ਕੁਛ ਬਣ ਜਾਓ, ਕੋਈ 4 ਪੈਸੇ ਕਮਾਉਣ ਜੋਗੇ ਹੋ ਜਾਓ। ਅੰਤ ਨੂੰ ਤਾਂ ਰੋਟੀ ਖਾਣੀ ਆ ਨਾ। ਇਹ ਮਤਲਬ ਆ ਜਿਹੜੀਆਂ ਗੱਲਾਂ ਆ, ਇਹਦੇ ਨਾਲ ਢਿੱਡ ਤਾਂ ਨਹੀਂ ਇਹ ਭਰਨਾ। ਗੱਲਾਂ ਉਮਰ ਦੇ ਉਸ ਮੋੜ ਤੇ ਸਮਝ ਨਹੀਂ ਆਉਂਦੀਆਂ ਜੀ। ਉਦੋਂ ਤਾਂ ਇਉਂ ਲੱਗਦਾ ਵੀ ਮੇਰੇ ਜਿੰਨਾ ਤਿੱਖਾ ਕੌਣ, ਮੇਰੇ ਜਿੰਨਾ ਸਿਆਣਾ ਕੌਣ। ਮੈਂ ਘਰ ਦੇ ਵੀ ਮੂਰਖ ਬਣਾਤੇ, ਆਂਢੀ ਗਵਾਂਢੀ ਵੀ ਮੂਰਖ ਬਣਾਤੇ, ਮੈਂ ਹੀ ਚਤਰਾ ਸਭ ਤੋਂ ਵੱਧ। ਜੀ ਤੇ ਬਿਲਕੁਲ। ਬਾਅਦ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਹੁੰਦਾ ਵੀ ਇਹ ਕਰੀ ਕੀ ਜਾਂਦਾ, ਉਹਨੂੰ ਨਹੀਂ ਪਤਾ ਹੁੰਦਾ ਵੀ ਮੈਂ ਕੀ ਕਰੀ ਜਾਂਦਾ। ਕਈ ਵਾਰ ਤਾਂ ਆਂਢੀ ਗੁਆਂਢੀ ਆ ਕੇ ਦੱਸਦੇ ਆ, ਪੁੱਤਰ ਜੋ ਤੂੰ ਕਰ ਰਿਹਾ ਠੀਕ ਨਹੀਂ। ਹਾਂ, ਸੋ ਕਹਿਣ ਦਾ ਭਾਵ ਇਹ ਵੀ ਕਿ ਬੰਦੇ ਬਣੋ ਜੀ। ਹੌਲੀ ਹੌਲੀ ਜ਼ਿੰਦਗੀ ਦੀਆਂ ਜਿਹੜੀਆਂ ਉਮਰ ਦੀਆਂ ਪੌੜੀਆਂ ਚੜ੍ਹ ਕੇ ਆਪਦੇ ਮਨ ਚਾਹੇ ਫੈਸਲੇ ਲੈ ਲਓ ਜੀ। ਤੁਸੀਂ ਪਰ ਬਾਪੂ ਦੀ ਜੇਬ ਦੇ ਨਾਲ ਖਿਲਵਾੜ ਕਰਕੇ ਤੇ ਨਜ਼ਾਰੇ ਨਿੱਜੀ ਜ਼ਿੰਦਗੀ ਦੇ ਵਿੱਚ ਲੁੱਟਣ ਦੀ ਗੱਲ ਕਰਦੇ ਆ, ਇਹ ਉਹ ਨਹੀਂ ਗੱਲ ਬਣਦੀ। ਹਾਂ ਬਿਲਕੁਲ। ਬਾਪੂ ਤੇ ਵੀ ਮਾੜਾ ਮੋਟਾ ਤਰਸ ਕਰੋ। ਪੈਰਾਂ ਤੇ ਖੜੇ ਹੋਵੋ, ਕੁਝ ਕਮਾਉਣ ਜੋਗੇ ਹੋਵੋ, ਤੁਸੀਂ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੋ। ਉਸ ਤੋਂ ਬਾਅਦ ਚ ਆਪਣੇ ਮਾਪਿਆਂ ਨੂੰ ਗੱਲ ਮਨਾਓ। ਜੇ ਨਹੀਂ ਮੰਨਦੇ ਤਾਂ ਉਹਨਾਂ ਦੀ ਮੰਨ ਲਾਓ। 5-7 ਥਾਵਾਂ ਦੇ ਉੱਤੇ ਚੈਟਿੰਗ ਚੱਲਦੀ ਹੁੰਦੀ ਅੱਜ ਕੱਲ ਬਹੁਤਿਆਂ ਦੀ, ਫਿਰ ਕਰੀ ਜਾਣਗੇ ਸੱਚਾ ਪਿਆਰ ਨਹੀਂ ਮਿਲਿਆ। ਤੇ ਸੱਚਾ ਪਿਆਰ ਸਵਾਹ ਮਿਲੇ, ਸਾਰਾ ਹੀ ਤਾਂ ਵੰਡਤਾ। ਹਰਮਨਜੀਤ, ਤਾਮਿਲਨਾਡੂ ਦੇ ਵਿੱਚ ਨਵਾਂ ਨੀਟੂ ਸ਼ਟਰਾਂ ਵਾਲਾ ਆਇਆ। ਸੱਚੀ ਆਇਆ। ਉਹ ਕਿਵੇਂ? ਨੀਟੂ ਸ਼ਟਰਾਂ ਵਾਲੇ ਨੇ ਤਾਂ ਮੇਰੇ ਖਿਆਲ 4-5 ਵੋਟਾਂ ਪਾਈਆਂ ਸੀ ਜੀ। ਇਹਨੂੰ ਇੱਕ ਹੀ ਪਈ ਆ। ਉਹ ਆਪਦੀ ਹੀ ਹੋਣੀ ਜਿਹਨੂੰ ਲੋਕਲ ਬੋਡੀ ਚੋਣਾਂ ਕਹਿੰਦੇ ਨਾ, ਸਥਾਨਕ ਵਾਰਡ ਦੀਆਂ ਚੋਣਾਂ ਜਿਹੜੀਆਂ, ਉਹ ਵਾਰਡ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ। ਬੀਜੇਪੀ ਦਾ ਇੱਕ ਆਗੂ ਆ, ਉਹਨੇ ਹਿੱਸਾ ਲਿਆ ਜੀ। ਡੀ ਕਾਰਤਿਕ ਦਾ ਨਾਮ ਹੈ। ਡੀ ਕਾਰਤਿਕ ਉਹਦਾ ਨਾਂ ਹੈਗਾ ਤੇ 5 ਵੋਟਾਂ ਉਹਦੇ ਸਮੇਤ ਟੱਬਰ ਦੀਆਂ, 4 ਜਾਣੀ ਕਿ ਮੈਂਬਰ ਇਹਨਾਂ ਦੇ ਹੋਰ ਆ ਤੇ ਵੋਟ ਇਹਨੂੰ ਇੱਕ ਹੀ ਪਈ ਆ। ਇੰਨੀ ਕੁ ਘਰੇ ਬਣੀ ਹੈ ਇਹਦੀ, ਇੰਨਾ ਕਿਹਨੂੰ ਪਿਆਰ ਕਰਦੇ ਟੱਬਰ ਦੇ ਜੀ ਵੀ ਵੋਟ ਇੱਕ ਹੀ ਪਈ ਆ। ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਵੋਟਾਂ 'ਚ ਖੜ ਗਿਆ, ਵੋਟਾਂ ਉਹਨੂੰ ਸਿਰਫ 3 ਪਈਆਂ। ਅੱਛਾ ਜੀ। ਤੇ ਬਾਅਦ ਦੇ ਵਿੱਚ ਉਹ ਚਲਾ ਗਿਆ ਐਸਐਸਪੀ ਦੇ ਕੋਲੇ, ਕਹਿੰਦਾ ਜੀ ਮੈਨੂੰ ਨਾ ਜ਼ੈਡ ਸਿਕਿਉਰਿਟੀ ਚਾਹੀਦੀ ਆ। ਉਹ ਕਹਿੰਦੇ ਵੀ ਤੈਨੂੰ ਕਾਹਦੀ ਸਿਕਿਉਰਿਟੀ, ਵੋਟਾਂ ਤੈਨੂੰ 3 ਪਈਆਂ। ਕਹਿੰਦਾ ਇਸੇ ਕਰਕੇ ਚਾਹੀਦੀ ਆ, ਕੋਈ ਮੈਨੂੰ ਵੇਖ ਕੇ ਰਾਜ਼ੀ ਨਹੀਂ। ਇੰਨੇ ਦੁਸ਼ਮਣ ਹੋਣ ਜਦੋਂ ਮੇਰੇ ਹਲਕੇ ਦੇ ਵਿੱਚ, ਤੁਸੀਂ ਦੇਖੋ ਮੈਨੂੰ ਕਿੰਨਾ ਖਤਰਾ। ਇਹਦੀ ਵੀ ਜਾਨ ਨੂੰ ਖਤਰਾ ਹੀ ਲੱਗਦਾ ਹੈ। ਹਾਂ ਬਿਲਕੁਲ। ਤੇ ਹੁਣ ਇਹਨੇ ਅੱਗੋਂ ਇਹ ਗੱਲ ਕਹੀ ਹੈ ਕਿ ਨਹੀਂ ਨਹੀਂ, ਕਹਿੰਦਾ ਵੀ ਜਿਹੜਾ ਨਾ ਸਾਡਾ ਟੱਬਰ ਆ, ਇਹਦੀਆਂ ਵੋਟਾਂ ਹੈਗੀਆਂ ਵਾਰਡ ਨੰਬਰ 4 'ਚ ਤੇ ਮੈਂ ਖੜ ਗਿਆ 9 ਦੇ ਵਿੱਚੋਂ। ਇਸ ਕਰਕੇ ਆ ਕਹਿੰਦਾ ਮੈਂ ਭਾਜਪਾ ਦੇ ਵੱਲੋਂ ਥੋੜੀ ਖੜਾ, ਮੈਂ ਭਾਜਪਾ ਦਾ ਜ਼ਿਲ੍ਹਾ ਯੂਥ ਦਾ ਆਗੂ ਜ਼ਰੂਰ ਆ, ਪਰ ਮੈਂ ਤਾਂ ਕਹਿੰਦਾ ਆਜ਼ਾਦ ਤੌਰ ਦੇ ਉੱਤੇ ਚੋਣ ਲੜੀ ਆ। ਮੇਰਾ ਚੋਣ ਨਿਸ਼ਾਨ ਸੀਗਾ ਕਾਰ। ਤੇ ਮੈਂ ਕਿਹਾ ਫਿਰ ਵੋਟਾਂ ਕਾਰ ਥੱਲੇ ਅੱਗੀਆਂ ਲੱਗਦੀਆਂ। ਜੀ ਬਿਲਕੁਲ। ਇਹ ਚਾਰੇ ਵੋਟਾਂ ਜਿਹੜੀਆਂ ਚਾਰੇ ਟਾਇਰ ਬਣ ਕੇ ਨਿਕਲ ਗਈਆਂ ਇੱਧਰ ਉੱਧਰ। ਸਮਝ ਨਹੀਂ ਆਉਂਦਾ ਵੀ ਆਪਾਂ ਕਦੋਂ ਸਮਝਾਂਗੇ। ਮਤਲਬ ਚਾਹੇ ਤੁਸੀਂ ਆਜ਼ਾਦ ਖੜੇ ਹੋਵੋ, ਚਾਹੇ ਤੁਸੀਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਖੜੇ ਹੋਵੋ, ਤੁਹਾਨੂੰ ਇੱਕ ਹੀ ਪਈ ਹੈ। ਚਲੋ ਇਹ ਵੀ ਬੰਦਿਆਂ ਵੀ ਤੁਹਾਡੇ ਟੱਬਰ ਦੀ ਵੋਟ ਉੱਥੇ ਹੈ ਨਹੀਂ, ਪਰ ਤੁਹਾਨੂੰ ਇੱਕ ਹੀ ਵੋਟ ਪਈ ਹੈ। ਹਰਮਨ ਪਿਆਰੇ ਕਿੰਨੇ ਤੁਸੀਂ ਇਹ ਦੇਖੋ। ਤੁਹਾਡੀ ਟੱਬਰ ਤੋਂ ਇਲਾਵਾ ਵੀ ਨਹੀਂ ਬਣੀ ਕਿਸੇ ਨਾਲ। ਤੁਹਾਡੀ ਕਿਸੇ ਆਂਢ ਗੁਆਂਢ 'ਚ ਪੂਰੇ ਵਾਰਡ 'ਚੋਂ ਇੱਕ ਹੋਰ ਵੋਟ ਨਹੀਂ ਪੈਂਦੀ ਤੇ ਆਪਾਂ ਭਾਜਪਾ ਦੇ ਆਗੂ ਵੀ ਆ। ਕਿੰਨੀ ਹਰਮਨ ਪਿਆਰ ਤਾਂ ਖੱਟੀ ਆ। ਹਾਲੇ ਕਹਿੰਦੇ ਵੀ ਪੂਰੇ ਭਾਰਤ ਦੇ ਵਿੱਚ ਆਪਾਂ ਛਾਏ ਪਏ ਆ। ਹਾਂ, ਬਹੁਤ ਸਾਰੇ ਲੋਕ ਇਹੋ ਜਿਹੇ ਨੇ, ਬਹੁਤ ਸਾਰੇ ਲੀਡਰ ਇਹੋ ਜਿਹੇ ਨੇ ਜਿਹੜੇ ਆਜ਼ਾਦ ਖੜ ਕੇ ਵੀ ਜਿੱਤਦੇ ਰਹੇ ਨੇ। ਆਪਾਂ ਜਾਣਦੇ ਹਾਂ ਰਾਣਾ ਸਾਹਿਬ ਤੇ ਇਹ ਭਾਈ ਸਾਹਿਬ ਨੇ ਤਾਂ ਸਾਰਿਆਂ ਦੀ ਇਲਾਜ ਰੱਖ ਲਈ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਆ। ਸੋ ਦੇਖੋ ਬਈ, ਇਹਨੂੰ ਆਉਂਦੇ ਸਮੇਂ ਦੇ ਵਿੱਚ ਕਿਹੜੀ ਸਿਕਿਉਰਿਟੀ ਮਿਲਦੀ ਆ। ਬਾਅਦ ਦੇ ਵਿੱਚ ਸਫਾਈਆਂ ਕਈ ਤਰ੍ਹਾਂ ਦੀਆਂ ਦਿੰਦੇ ਹੁੰਦੇ ਆ। ਹੁਣ ਮੇਰੀ ਬੇਨਤੀ ਆ ਵੀ ਨੀਟੂ ਸ਼ਟਰਾਂ ਵਾਲੇ ਵਾਂਗੂ ਗੀਤ ਲਿਖਣ ਲੱਗ ਜਾ। ਨਹੀਂ 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 ਨਹੀਂ, ਹਾਲੇ ਉਹਦੇ ਗੀਤ ਨਹੀਂ ਝੇਲ ਹੁੰਦੇ, ਇੱਧਰ ਹੋਰ ਨਵੇਂ ਆ ਜਾਣਗੇ। ਫੇਰ ਝੇਲ ਹੋ ਗਿਆ, ਉਹ ਚੱਲ ਹੁੰਦੇ। ਹਾਂ ਇੱਧਰ ਨਵੇਂ ਆ ਜਾਣਗੇ। ਨਹੀਂ ਨਹੀਂ ਨਹੀਂ, ਗੀਤ ਗੂਤ ਕੋਈ ਨਹੀਂ। ਤੁਸੀਂ ਕੋਈ ਸਮਾਜ ਸੇਵਾ ਦਾ ਕੰਮ ਕਰੋ, ਕੋਈ 4 ਲੋਕ ਤੁਹਾਨੂੰ ਜਾਣਨ, ਕੋਈ 4 ਲੋਕਾਂ ਦਾ ਭਲਾ ਕਰੋ, ਫਿਰ ਕਿਤੇ ਜਾ ਕੇ ਸੋਚੋ ਕਿ ਮੈਂ ਸਹੀ ਵਾਲੇ ਪਾਸੇ ਆਪਣੀ ਜ਼ਿੰਦਗੀ ਨੂੰ ਲਗਾਵਾਂ। ਕਿਹੜੇ ਕੰਮਾਂ 'ਚ ਪਏ ਹੋ? ਉਹਨੇ ਗਾਇਆ ਸੀਗਾ ਡੀਜੀਪੀ ਪੰਜਾਬ ਦਾ, ਡੀਜੀਪੀ ਤਾਮਿਲਨਾਡੂ ਦਾ। ਉਹ ਬੱਲੇ ਕੰਮ ਜੈਂਟਲ ਕਰੀਦੇ। ਹਾਂ, ਸੋ ਇਦਾਂ ਦੇ ਵੀ ਸਾਡੇ ਦੇਸ਼ ਦੇ ਵਿੱਚ ਹੈਗੇ ਨੇਤਾ ਬਣਨ ਦੇ ਚਾਹਵਾਨ। ਬਾਅਦ ਦੇ ਵਿੱਚ ਕਹਿੰਦੇ ਵੀ ਸਾਨੂੰ ਤਾਂ ਬਸ ਮੌਕਾ ਹੀ ਨਹੀਂ ਮਿਲਿਆ ਤਰੀਕੇ ਦੇ ਨਾਲ, ਆਪਾਂ ਤਾਂ ਛਾਏ ਪਏ ਸੀ। ਤੇ ਇਹ ਨਾ ਇਦਾਂ ਦੇ ਬੰਦੇ ਬਾਅਦ ਚ ਕਹਿੰਦੇ ਹੁੰਦੇ ਮੈਂ ਆਪਣੇ ਸਮਰਥਕਾਂ ਤੇ ਆਪਣੇ ਲੋਕਾਂ ਨਾਲ ਸਲਾਹ ਕਰਕੇ ਫੈਸਲਾ ਲਿਆ ਵੀ ਮੈਂ ਆ ਪਾਰਟੀ ਛੱਡ ਕੇ ਦੂਜੀ ਚੱਲ ਜਾਣਾ। ਤੇ ਸਮਰਥਕ ਹੈ ਹੀ ਕੋਈ ਨਹੀਂ। ਜਿੰਨੇ ਚਿਰ ਇਹ ਲੋਕ ਝੋਲੀ ਚੁੱਕਾਂ ਨੂੰ ਆਪਦੇ ਸਮਰਥਕ ਕਹਿਣਾ ਬੰਦ ਨਹੀਂ ਕਰਦੇ, ਉਨੀ ਦੇਰ ਤੱਕ ਕਿਸੇ ਦਾ ਕੁਝ ਨਹੀਂ ਸਵਰਨਾ। ਪੰਜਾਬ ਦੇ ਵਿੱਚ ਵੀ ਇਹ ਕੁਝ ਚੱਲਦਾ। ਇਧਰੋਂ ਮਾਰ ਕੇ ਛੜੱਪਾ, ਉਧਰ ਜਾਣ ਮੌਕੇ ਕਹਿਣਗੇ ਮੈਂ ਆਪਣੇ ਸਮਰਥਕਾਂ ਦੇ ਨਾਲ ਹਮ ਮਸ਼ਵਰਾ ਹੋ ਲਾ, ਤੇ ਛਾਲ ਮਾਰ ਕੇ ਕਹਿਣਗੇ ਮੇਰੇ ਹਲਕੇ ਦੀ ਪੁਰਜ਼ੋਰ ਮੰਗ ਸੀ, ਤੇ ਹਲਕੇ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨੂੰ ਕੀ ਹੋਇਆ ਪਿਆ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਸੋ ਇਸ ਲਈ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਪਾਂ ਕੁਝ ਵਿਚਾਰ ਕਰੀਏ, ਕੁਛ ਦੇਖੀਏ ਕਿ ਅਸੀਂ ਕਿਤੇ ਗਲਤ ਕਿੱਤੇ ਵੱਲ ਨੂੰ ਤਾਂ ਨਹੀਂ ਆ ਗਏ। ਜੇ ਗਲਤ ਕਿੱਤੇ 'ਚੋਂ ਤੇ ਆਪਣਾ ਕਿੱਤਾ ਬਦਲੋ।
ਤਾਂ ਜੋ ਲੋਕ ਤੁਹਾਡੇ ਕੰਮ ਦੀ ਥੋੜੀ ਬਹੁਤ ਜ਼ਿਕਰ ਕਰਨ ਤੇ ਤੁਹਾਡੇ ਕੰਮ ਦੇ ਬਾਰੇ ਚ ਚਰਚਾ ਹੋਵੇ, ਹੈ ਨਾ। ਇਹ ਥੋੜੀ ਆ ਵੀ ਤੁਸੀਂ ਇਸ ਕੰਮ ਚੋਂ ਹਾਲੇ ਤੁਸੀਂ ਸੋਚਦੇ ਹੋਗੇ ਮੈਂ ਸਾਰਾ ਕੁਝ ਬਦਲ ਦੇਣਾ, ਰਾਜਨੀਤੀ ਬਦਲ ਦੇਣੀ, ਵੋਟ ਇੱਕ ਪਈ ਹੈ। ਬਿਲਕੁਲ ਸਹੀ ਜੀ, ਤੇ ਆਪਾਂ ਹੁਣ ਚੱਲੀਏ। ਬਿਲਕੁਲ ਜੀ, ਪਰ ਜਾਂਦੇ ਜਾਂਦੇ ਇੱਕ ਸਵਾਲ ਕਰ ਲਈਏ, ਇੱਕ ਬੇਨਤੀ ਕਰ ਲਈਏ ਜ਼ਰੂਰ। ਦਰਸ਼ਕਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਕੀ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਦੇ ਵਿੱਚ ਕਾਮਯਾਬ ਹੋਣਗੇ? ਕੀ ਕਿਸਾਨ ਉਹਨਾਂ ਦੇ ਉੱਤੇ ਭਰੋਸਾ ਕਰਨਗੇ? ਕੀ ਕੇਂਦਰ ਦੀ ਸਰਕਾਰ ਦਾ ਮਸਲਾ ਉਹ ਹੱਲ ਕਰਵਾਉਣਗੇ ਜਾਂ ਉਹਨਾਂ ਦਾ ਕੋਈ ਆਪਣਾ ਮਸਲਾ ਹੱਲ ਹੋਊਗਾ? ਕੀ ਉਹ ਜਿਵੇਂ ਵਿਚਕਾਰਲੀ ਜੀ ਗੱਲ ਕਰਨ ਦੇ ਚਾਹਵਾਨ ਆ ਵੀ ਥੋੜਾ ਜਿਹਾ ਇਧਰੋਂ ਨਵਾਈਏ, ਥੋੜਾ ਜਿਹਾ ਉਧਰਲੇ ਪਾਸੋਂ ਨਵਾਈਏ ਤਾਂ ਮਸਲਾ ਹੱਲ ਹੋ ਜੇ, ਇਦਾਂ ਖੇਤੀ ਕਾਨੂੰਨ ਵਾਲਾ ਮਸਲਾ ਹੱਲ ਹੋ ਸਕਦਾ ਜਾਂ ਫਿਰ ਨਹੀਂ? ਆਪਣੇ ਵਿਚਾਰ ਜ਼ਰੂਰ ਦੇਣਾ ਜੀ। ਤੁਹਾਡੀ ਪ੍ਰਤੀਕਿਰਿਆ ਦੀ ਜ਼ਰੂਰ ਉਡੀਕ ਰਹੇਗੀ ਸਾਨੂੰ। ਫਿਲਹਾਲ ਪ੍ਰੋਗਰਾਮ ਸਮੇਟਦੇ ਹਾਂ, ਜਾਣਦਾ ਹੋ ਗਿਆ ਵੇਲਾ। ਦੋਵਾਂ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।